ਨੂੰ ਜੰਗਾਂ ਦੇ ਵਿੱਚ ਦੀ ਗੁਜ਼ਰਿਆ, ਕਿਸ ਤਰ੍ਹਾਂ ਉਹ ਉਸ ਨੂੰ ਦੌੜਨਾ ਪਿਆ, ਕਿਸ ਤਰ੍ਹਾਂ ਪ੍ਰਭੂ ਉਸ ਨੂੰ ਵਾਪਸ ਲੈ ਕੇ ਆਇਆ, ਕਿੱਦਾਂ ਪ੍ਰਭੂ ਨੇ ਉਸ ਨੂੰ ਜਿੱਤਾਂ ਦਿੱਤੀਆਂ, ਦਾਊਦ ਨੇ ਕਿੱਦਾਂ ਆਪਣੇ ਜਿਹੜਾ ਪ੍ਰਭੂ ਨੇ ਉਸ ਨੂੰ ਰਾਜ ਦਿੱਤਾ, ਉਸਨੇ ਉਸ ਦੇ ਉੱਤੇ ਕਿਸ ਤਰ੍ਹਾਂ ਸਾਰਾ ਕੁਛ ਚੱਲਦਾ ਰਿਹਾ, ਫਿਰ ਆਪਣੇ ਬੇਟੇ ਤੋਂ ਦੌੜਨਾ ਪਿਆ, ਫਿਰ ਅੱਗੇ ਜਾ ਕੇ ਇੱਕ ਤੋਂ ਬਾਅਦ ਦੂਜੀ ਮੁਸੀਬਤ ਉਹਦੀ ਜ਼ਿੰਦਗੀ ਦੇ ਵਿੱਚ ਆਉਂਦੀ ਰਹੀ। ਉਸਦੀ ਜ਼ਿੰਦਗੀ ਦੇ ਵਿੱਚ ਅਸੀਂ ਪਾਪ ਦੇਖਿਆ। ਲੇਕਿਨ ਦਾਊਦ ਦੇ ਅੰਦਰ ਜਿਹੜਾ ਉਹਦਾ ਇੱਕ ਜ਼ਬੂਰ ਆ ਕਿ ਤੇਰੇ ਘਰ ਦੀ ਲਗਨ ਮੈਨੂੰ ਖਾ ਗਈ, ਤੇਰੇ ਘਰ ਦੀ ਲਗਨ ਮੈਨੂੰ ਖਾ ਗਈ। ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਦਾਊਦ ਨੇ ਪ੍ਰਭੂ ਦੇ ਨਾਲ ਜਿਹੜੇ ਵਾਅਦੇ ਕੀਤੇ ਉਹ ਉਸ ਨੂੰ ਭੁੱਲਦੇ ਨੇ। ਉਹ ਚਾਹੁੰਦਾ ਕਿ ਮੇਰੇ ਪ੍ਰਭੂ ਦਾ ਇੱਕ ਮੰਦਿਰ ਇੰਨਾ ਸ਼ਾਨਦਾਰ ਹੋਵੇ ਕਿ ਜਿਸ ਨੂੰ ਦੁਨੀਆ ਦੇ ਲੋਕ ਦੇਖਣ, ਦੁਨੀਆ ਦੇ ਲੋਕਾਂ ਨੂੰ ਪਤਾ ਲੱਗੇ ਕਿ ਇਜ਼ਰਾਈਲ ਦੇ ਪ੍ਰਭੂ ਦੇ ਲਈ ਜਿਹੜਾ ਮੰਦਿਰ ਬਣਾਇਆ ਗਿਆ, ਬੇਸ਼ੱਕ ਸਾਰੀ ਕਾਇਨਾਤ, ਸਾਰਾ ਯੂਨੀਵਰਸ ਉਹਦੇ ਬਹਿਣ ਦੀ ਕੁਰਸੀ ਹੈ ਔਰ ਧਰਤੀ ਉਹਦੇ ਪੈਰਾਂ ਦੀ ਚੌਂਕੀ ਹੈ, ਉਹਦੇ ਰਹਿਣ ਦੇ ਲਈ ਅਸੀਂ ਕਿਹੜੀ ਜਗ੍ਹਾ ਬਣਾਵਾਂਗੇ। ਲੇਕਿਨ ਇਹ ਹੁੰਦਿਆਂ ਹੋਇਆਂ ਵੀ ਉਸ ਦੇ ਦਿਲ ਦੇ ਵਿੱਚ ਇੱਕ ਲਗਨ। ਸੋ ਅਸੀਂ ਉਹ ਹਿੱਸਾ ਦਾਊਦ ਦਾ ਦੇਖਿਆ ਨਹੀਂ। ਸੋ ਇਸ ਤੋਂ ਪਹਿਲਾਂ ਕਿ ਅਸੀਂ ਦਾਊਦ ਦੀ ਮੌਤ ਦੇਖੀਏ, ਸਾਰੀਆਂ ਚੀਜ਼ਾਂ ਦੇਖੀਏ, ਅਸੀਂ ਅੱਜ ਇਹ ਦੇਖਾਂਗੇ ਕਿ ਦਾਊਦ ਨੇ ਕਿਸ ਤਰ੍ਹਾਂ ਉਹਨਾਂ ਸਾਰੀਆਂ ਚੀਜ਼ਾਂ ਦੀ ਤਿਆਰੀ ਕੀਤੀ। ਦਾਊਦ ਨੇ ਇੱਕ ਚੀਜ਼ ਦਾ ਧਿਆਨ ਰੱਖਿਆ, ਇੱਕ ਚੀਜ਼ ਦਾ। ਸੋ ਅਸੀਂ ਅੱਜ ਇਤਿਹਾਸ ਦੇ ਵਿੱਚ ਜਾਵਾਂਗੇ। ਪਹਿਲਾ ਇਤਿਹਾਸ, ਉਸਦਾ 21ਵਾਂ ਭਾਗ ਔਰ ਉਸਦੀ 18 ਤੋਂ ਲੈ ਕੇ 632 ਪੇਜ ਆ। ਬਸ ਉਸ ਤੋਂ ਬਾਅਦ ਫਿਰ ਅਸੀਂ ਇਤਿਹਾਸ ਦੀਆਂ ਪੋਥੀਆਂ ਦੇ ਵਿੱਚ ਹੀ ਰਵਾਂਗੇ। 632 ਪੇਜ। ਅਗਰ ਤੁਹਾਡੇ ਕੋਲ ਨਵੀਆਂ ਪੰਜਾਬੀ ਦੀਆਂ ਬਾਈਬਲਾਂ ਤੁਸੀਂ ਕੱਢ ਲਓ ਤੇ ਅਸੀਂ ਇੱਕੀਵਾਂ ਭਾਗ ਉਸਦੀ 18 ਤੋਂ ਲੈ ਕੇ 30 ਆਇਤ ਤੱਕ ਜਿਸ ਨੂੰ ਮਿਲ ਜਾਏ ਉਹ ਪੜ੍ਹਦਾ ਹੈ। ਮੈਂ ਪੜ੍ਹਦੀ ਹਾਂ ਪਾਸਟਰ। ਤਦ ਪ੍ਰਭੂ ਦੇ ਸਵਰਗ ਦੂਤ ਨੇ ਗਾਦ ਨਬੀ ਦੁਆਰਾ ਦਾਊਦ ਨੂੰ ਕਿਹਾ, ਤੂੰ ਜਬੂਸੀ ਅਰਨਾਨ ਦੇ ਪੇੜ ਵਿੱਚ ਜਾ ਕੇ ਪ੍ਰਭੂ ਦੇ ਲਈ ਬੇਦੀ ਬਣਾ। ਦਾਊਦ ਨੇ ਪ੍ਰਭੂ ਦੀ ਆਗਿਆ ਮੰਨੀ ਅਤੇ ਉਹ ਗਾਦ ਨਬੀ ਦੇ ਕਹੇ ਅਨੁਸਾਰ ਗਿਆ। ਅਰਨਾਨ ਉਸ ਵੇਲੇ ਆਪਣੇ 4 ਪੁੱਤਰਾਂ ਨਾਲ ਆਪਣੇ ਪੇੜ ਵਿੱਚ ਕਣਕ ਗਾ ਰਿਹਾ ਸੀ ਅਤੇ ਜਦੋਂ ਉਹ ਉਹਨਾਂ ਸਵਰਗਦੂਤ ਨੂੰ ਦੇਖਿਆ ਤਾਂ ਉਸਦੇ 4 ਪੁੱਤਰਾਂ ਨੇ ਜਾ ਕੇ ਆਪਣੇ ਆਪ ਨੂੰ ਲੁਕਾਇਆ। ਅਰਨਾਨ ਦੇ ਰਾਜਾ ਦਾਊਦ ਨੂੰ ਆਪਣੇ ਪੇੜ ਵੱਲ ਆਉਂਦਿਆਂ ਦੇਖਿਆ ਤਾਂ ਉਸਨੇ ਪੇੜ ਵਿੱਚੋਂ ਨਿਕਲ ਕੇ ਰਾਜਾ ਨੂੰ ਧਰਤੀ ਉੱਤੇ ਨਿਉ ਕੇ ਪ੍ਰਣਾਮ ਕੀਤਾ। ਦਾਊਦ ਨੇ ਅਰਨਾਨ ਨੂੰ ਕਿਹਾ, ਤੂੰ ਆਪਣਾ ਪੇੜ ਮੈਨੂੰ ਵੇਚ ਦੇ। ਮੈਂ ਇੱਥੇ ਪ੍ਰਭੂ ਲਈ ਇੱਕ ਬੇਦੀ ਬਣਾਉਣਾ ਚਾਹੁੰਦਾ ਹਾਂ ਕਿ ਮਹਾਂਮਾਰੀ ਰੁਕ ਜਾਵੇ। ਮੈਂ ਤੈਨੂੰ ਇਸ ਦਾ ਪੂਰਾ ਮੁੱਲ ਦੇਵਾਂਗਾ। ਅਰਨਾਨ ਨੇ ਉਸ ਉੱਤਰ ਦਿੱਤਾ, ਮਹਾਰਾਜ ਜੀ ਸਦਕੇ ਜੋ ਤੁਸੀਂ ਚਾਹੋ ਕਰੋ। ਇਹ ਬਲਦ ਹੋਮ ਬਲੀ ਦੇ ਲਈ ਹਨ, ਇਹ ਫੜੇ ਅਤੇ ਜੂਲੇ ਦੀਆਂ ਲੱਕੜਾਂ ਵੀ ਬਲੀ ਦੇ ਬਾਲਣ ਲਈ ਅਤੇ ਕਣਕ ਮੈਦੇ ਦੀ ਭੇਂਟ ਲਈ ਹਨ। ਇਹ ਸਭ ਤੁਸੀਂ ਮੇਰੇ ਵੱਲੋਂ ਲਵੋ। ਪਰ ਰਾਜਾ ਦਾਊਦ ਨੇ ਅਰਨਾਨ ਨੂੰ ਉੱਤਰ ਦਿੱਤਾ, ਨਹੀਂ, ਮੈਂ ਉਸ ਚੀਜ਼ ਦੀ ਹੋਮ ਬਲੀ ਨਹੀਂ ਚੜਾਵਾਂਗਾ ਜਿਸ ਉੱਤੇ ਮੇਰਾ ਕੁਝ ਖਰਚ ਨਾ ਹੋਇਆ ਹੋਵੇ। ਸੋ ਉਸਨੇ ਅਰਨਾਨ ਨੂੰ ਪੂਰੇ ਪੇੜ ਦੇ ਲਈ 600 ਸੋਨੇ ਦੇ ਸਿੱਕੇ ਮੁੱਲ ਦੇ ਤੌਰ ਤੇ ਦੇ ਦਿੱਤੇ। ਫਿਰ ਦਾਊਦ ਨੇ ਉੱਥੇ ਬੇਦੀ ਬਣਾ ਕੇ ਉਸ ਉੱਤੇ ਹੋਮ ਬਲੀਆਂ ਤੇ ਮੇਲ ਬਲੀਆਂ ਚੜਾਈਆਂ। ਉਸਨੇ ਪ੍ਰਾਰਥਨਾ ਕੀਤੀ ਅਤੇ ਪ੍ਰਭੂ ਨੇ ਆਕਾਸ਼ ਤੋਂ ਹੋਮ ਦੀਆਂ ਬਲੀਆਂ ਉੱਤੇ ਅੱਗ ਘੱਲ ਕੇ ਉਸਦੀ ਪ੍ਰਾਰਥਨਾ ਦਾ ਉੱਤਰ ਦਿੱਤਾ। ਤਦ ਪ੍ਰਭੂ ਨੇ ਸਵਰਗਦੂਤ ਨੂੰ ਆਗਿਆ ਦਿੱਤੀ ਅਤੇ ਉਸਨੇ ਆਪਣੀ ਤਲਵਾਰ ਵਾਪਸ ਮਿਆਨ ਵਿੱਚ ਪਾ ਲਈ। ਫਿਰ ਦਾਊਦ ਨੇ ਦੇਖਿਆ ਕਿ ਪ੍ਰਭੂ ਨੇ ਉਸਦੀ ਪ੍ਰਾਰਥਨਾ ਦਾ ਉੱਤਰ ਦਿੱਤਾ ਹੈ ਤਾਂ ਉਸਨੇ ਉੱਥੇ ਹੋਰ ਬਲੀਆਂ ਚੜਾਈਆਂ। ਉਸ ਸਮੇਂ ਮੂਸਾ ਦੁਆਰਾ ਉਜਾੜ ਵਿੱਚ ਬਣਾਇਆ ਪਵਿੱਤਰ ਤੰਬੂ ਅਤੇ ਹੋਮ ਬਲੀ ਚੜਾਉਣ ਵਾਲੀ ਵੇਦੀ ਅਜੇ ਗਿਬਾਉਨ ਦੇ ਪ੍ਰਾਰਥਨਾ ਸਥਾਨ ਉੱਤੇ ਹੀ ਸੀ। ਦਾਊਦ ਡਰਦਾ ਉੱਥੇ ਨਹੀਂ ਗਿਆ ਸੀ ਕਿਉਂਕਿ ਉਹ ਪ੍ਰਭੂ ਦੇ ਸਵਰਗਦੂਤ ਦੀ ਤਲਵਾਰ ਤੋਂ ਡਰਦਾ ਸੀ। ਆਮੀਨ। ਸੋ ਅਸੀਂ ਇੱਥੇ ਦੇਖਦੇ ਪਏ ਕਿ ਥੋੜਾ ਜਿਹਾ ਇਤਿਹਾਸਕਾਰ ਜਿਹੜੇ ਆ ਉਹ ਵੱਖਰੇ ਤਰੀਕੇ ਦੇ ਨਾਲ ਸਾਨੂੰ ਪ੍ਰਭੂ ਦੇ ਵਚਨ ਦੇ ਵਿੱਚ ਦੀ ਦਿੰਦੇ ਪਏ ਆ। ਜਿਹੜਾ ਪਹਿਲਾ ਸੈਮੂਅਲ, ਦੂਸਰਾ ਸੈਮੂਅਲ ਆ, ਉਹ ਨਥਾਨ ਨਬੀ ਦੇ ਦੁਆਰਾ ਲਿਖਿਆ ਗਿਆ। ਕੁਛ ਸੈਮੂਅਲ ਨੇ ਲਿਖਿਆ, ਕੁਛ ਉਸ ਤੋਂ ਬਾਅਦ ਨਥਾਨ ਨਬੀ ਨੇ ਲਿਖਿਆ।
ਪਹਿਲਾ ਰਾਜਾ ਦੂਜਾ ਰਾਜਾ ਜਿਹੜਾ ਹੈ ਉਹ ਜਿਹੜੇ ਇਤਿਹਾਸਕਾਰ ਰਾਜੇ ਨੇ ਜਿਹੜੇ ਇਤਿਹਾਸਕਾਰ ਚੁਣਿਓ ਉਹਨਾਂ ਨੇ ਲਿਖਿਆ ਹੈ। ਔਰ ਇਸੇ ਤਰ੍ਹਾਂ ਜਿਹੜਾ ਫਸਟ ਕ੍ਰੋਨਿਕਲ ਪਹਿਲਾ ਇਤਿਹਾਸ ਦੂਸਰਾ ਇਤਿਹਾਸ ਇਹ ਵੀ ਜਿਹੜੇ ਇਤਿਹਾਸਕਾਰ ਆ ਉਹਨਾਂ ਦੇ ਦੁਆਰਾ ਇਹ ਲਿਖਤਾਂ ਲਿਖੀਆਂ ਗਈਆਂ। ਔਰ ਇੱਥੇ ਤੁਹਾਨੂੰ ਥੋੜਾ ਜਿਹਾ ਐਕਸਟਰਾ ਦੱਸਿਆ ਗਿਆ ਕਿ ਕਿਸ ਤਰ੍ਹਾਂ ਦਾਊਦ ਨੇ ਬਲੀ ਨਹੀਂ ਉਹ ਪਿੜ ਵੀ ਖਰੀਦ ਲਿਆ ਔਰ ਉੱਥੇ ਉਸਨੇ ਬਲੀਆਂ ਚੜਾਈਆਂ, ਉੱਥੇ ਉਸਨੇ ਹੋਰ ਵੀ ਬਲੀਆਂ ਚੜਾਈਆਂ। ਔਰ ਇਸ ਤੋਂ ਗਾਂ ਹੁਣ ਦਾਊਦ ਦੀ ਯਾਤਰਾ ਇੱਕ ਐਸੀ ਪਿਆਰੀ ਯਾਤਰਾ ਸ਼ੁਰੂ ਹੁੰਦੀ ਆ ਜਿਸ ਦੇ ਵਿੱਚ ਸਾਨੂੰ ਸਾਰਿਆਂ ਨੂੰ ਬਹੁਤ ਹੀ ਆਨੰਦ ਆਏਗਾ। ਇਸ ਤੋਂ ਪਹਿਲਾਂ ਮੈਂ ਜਿੱਦਾਂ ਅਸੀਂ ਅੱਗੇ ਵਧੀਏ, ਸਿਸਟਰ ਕਮਲ ਤੁਹਾਡੇ ਕੋਲ ਨਾ ਇੱਕ ਮੇਰਾ ਕਾਫੀ ਵੱਡਾ ਜਿੱਦਾਂ ਪਿਆ ਹੈਗਾ ਚਾਰਟ ਪਿਆ ਆ, ਤੁਹਾਨੂੰ ਮੇਰੀ ਆਵਾਜ਼ ਆਉਂਦੀ ਪਈ ਆ? ਹਾਂਜੀ ਬ੍ਰਦਰ ਜੀ ਆਉਂਦੀ ਪਈ ਆ। ਅੱਛਾ, ਤੁਸੀਂ ਨਾ ਹਾਂਜੀ ਤੁਸੀਂ ਏਦਾਂ ਕਰਿਓ ਕਿ ਨਾ ਉਹ ਜਿਹੜਾ ਚਾਰਟ ਆ ਨਾ ਉਹ ਤੁਸੀਂ ਜਿੱਥੇ ਵੀ ਆਹ ਸਾਈਨ ਵਗੈਰਾ ਪ੍ਰਿੰਟ ਕਰਦੇ ਹੁੰਦੇ ਨਾ ਬਿਜ਼ਨਸਮੈਨਾਂ ਦੇ ਲਈ, ਹਾਂਜੀ ਉੱਥੇ ਲੈ ਜਾਓ, ਉਹਦੀ ਤੁਸੀਂ ਇੱਕ ਕਾਪੀ ਕਰਾ ਲਿਓ, ਤੁਸੀਂ ਰੱਖ ਲਿਓ ਤੇ ਮੈਨੂੰ ਜਦੋਂ ਉਹ ਚਾਰਟ ਘੱਲ ਦਿਓ ਕਿਉਂਕਿ ਹੁਣ ਬਾਈਬਲ ਸਟੱਡੀ ਦੇ ਲਈ ਮੈਨੂੰ ਉਸ ਚਾਰਟ ਦੀ ਜ਼ਰੂਰਤ ਪੈਣੀ ਹੈ। ਠੀਕ ਆ ਬ੍ਰਦਰ ਜੀ, ਮੈਨੂੰ ਲੱਗਦਾ ਮੈਂ ਚਰਚ 'ਚ ਰੱਖਿਆ ਹੁੰਦਾ ਸੀਗਾ, ਪਰ ਮੈਂ ਜ਼ਰੂਰ ਉੱਥੋਂ ਲੈ ਆਉਂਗੀ। ਠੀਕ ਆ। ਅੱਛਾ, ਹਾਂ, ਜੇ ਤੁਹਾਨੂੰ ਨਹੀਂ ਮਿਲਿਆ ਤੇ ਫਿਰ ਮੈਂ ਹੋਰ ਆਰਡਰ ਕਰ ਲੂੰਗਾ, ਲੇਕਿਨ ਆਪਾਂ ਨੂੰ ਉਸਦੀ ਜ਼ਰੂਰਤ ਪੈਣੀ ਹੈ ਕਿਉਂਕਿ ਉਸ ਦੇ ਵਿੱਚ ਜਿਹੜੀਆਂ ਬਾਕੀ ਦੀਆਂ ਸਾਰੀਆਂ ਕੌਮਾਂ ਆ ਉਹਨਾਂ ਦੇ ਬਾਰੇ ਕਾਫੀ ਜ਼ਿਕਰ ਖੋਲ ਕੇ ਜ਼ਿਕਰ ਕੀਤਾ ਗਿਆ ਜਿੱਥੋਂ ਫਿਰ ਅਸੀਂ ਦੇਖ ਸਕਾਂਗੇ। ਕੋਈ ਨਹੀਂ ਬ੍ਰਦਰ ਜੀ, ਮੈਂ ਅੱਜ ਤੇ ਕੱਲ ਦੇ ਵਿੱਚ ਨਾ ਸਰਚ ਕਰਕੇ ਤੇ ਫਿਰ ਦੇਖਦੇ ਹਾਂ। ਹਾਂਜੀ, ਸੋ ਉਹਨੂੰ ਤੁਸੀਂ ਇੱਥੇ ਪ੍ਰਿੰਟਰ ਦੇ ਕੋਲ ਲੈ ਜਾਇਓ, ਉੱਥੋਂ ਆਪਣੇ ਲਈ ਇੱਕ ਕਾਪੀ ਉਹਦੀ ਪ੍ਰਿੰਟ ਕਰਾ ਲਿਓ ਤੇ ਜਿਹੜਾ ਦੂਸਰਾ ਉਹ ਤੁਸੀਂ ਮੈਨੂੰ ਘੱਲਦਾ। ਠੀਕ ਆ ਬ੍ਰਦਰ ਜੀ, ਬਲੈਸ ਯੂ ਮੇਰੀ ਪਿਆਰੀ। ਸੋ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਇੱਥੇ ਇਹ ਦੇਖਦੇ ਪਏ ਹਾਂ ਕਿ ਉੱਥੇ ਜਿਹੜਾ ਪੇੜ ਆ ਉਸ ਪੇੜ ਦੇ ਵਿੱਚ ਜਾ ਕੇ ਉਸਨੇ ਪ੍ਰਭੂ ਦੇ ਅੱਗੇ ਬਲੀ ਦਿੱਤੀ ਔਰ ਪ੍ਰਭੂ ਨੇ ਆਪਣਾ ਹੱਥ ਰੋਕ ਲਿਆ। ਦਾਊਦ ਨੇ ਕਿਸੇ ਵੀ ਚੀਜ਼ ਦੇ ਉੱਤੇ ਕਬਜ਼ਾ ਨਹੀਂ ਕੀਤਾ। ਰਾਜਾ ਸੀ, ਕਰ ਸਕਦਾ ਸੀ, ਉਸਨੇ ਯਬੂਸੀਆਂ ਦੇ ਕੋਲੋਂ ਜਿੱਤੀ ਆ ਧਰਤੀ, ਉਹ ਕਰ ਸਕਦਾ ਸੀ, ਲੇਕਿਨ ਉਸਨੇ ਉਸ ਯਬੂਸੀ ਨੂੰ ਦੂਸਰੀ ਕੌਮ ਦੇ ਬੰਦੇ ਨੂੰ ਵੀ ਉਸਨੇ ਇਹ ਦੱਸਿਆ ਕਿ ਪ੍ਰਭੂ ਦੇ ਲੋਕ ਇਸ ਤਰ੍ਹਾਂ ਦੇ ਕੰਮ ਨਹੀਂ ਕਰਦੇ। ਤੇਰੇ ਦੇਸ਼ ਦੇ ਉੱਤੇ ਉਸਨੇ ਸਾਨੂੰ ਜਿੱਤ ਦਿੱਤੀ ਆ ਕਿਉਂਕਿ ਉਸਨੇ ਸਾਡੇ ਪੁਰਖੇ ਅਬਰਾਹਮ ਦੇ ਨਾਲ ਵਾਅਦਾ ਕੀਤਾ ਸੀ ਔਰ ਸਾਡਾ ਜਿਹੜਾ ਪਰਮੇਸ਼ਰ ਆ ਵਾਅਦਿਆਂ ਦਾ ਪਰਮੇਸ਼ਰ ਆ, ਉਹ ਆਪਣੇ ਵਾਅਦਾ ਕਰਦਾ ਔਰ ਉਸਨੂੰ ਉਹ ਪੂਰਾ ਕਰਦਾ। ਵਾਅਦਿਆਂ ਦਾ ਪਰਮੇਸ਼ਰ ਬੇਸ਼ੱਕ ਸਾਡੇ ਪਾਪ ਰਸਤੇ ਦੇ ਵਿੱਚ ਕਿਉਂ ਨਾ ਆ ਜਾਣ, ਉਹ ਉਹਨਾਂ ਦਾ ਵੀ ਇਲਾਜ ਕੱਢਦਾ, ਲੇਕਿਨ ਆਪਣਾ ਵਾਅਦਾ ਜ਼ਰੂਰ ਪੂਰਾ ਕਰਦਾ। ਉਹਦੇ ਵਾਅਦੇ ਦੇ ਵਿੱਚ ਕੋਈ ਚੀਜ਼ ਨਹੀਂ ਆ ਸਕਦੀ। ਈਵਨ ਇਜ਼ਰਾਈਲੀਆਂ ਦੇ ਲਈ ਉਸਨੇ ਕਿਹਾ ਸੀਗਾ, ਕਹਿੰਦਾ ਇਹ ਲੋਕ ਜਿੱਥੇ ਵੀ ਗਏ ਇਹਨਾਂ ਨੇ ਮੇਰੇ ਨਾਮ ਨੂੰ ਧੱਬਾ ਲਾਇਆ, ਇਹਨਾਂ ਨੇ ਮੇਰੇ ਨਾਮ ਦੀ ਨਿੰਦਾ ਕਰਾਈ। ਫਿਰ ਮੈਨੂੰ ਆਪਣੇ ਨਾਮ ਦੀ ਫਿਕਰ ਹੋਈ ਤਾਂ ਫਿਰ ਇਸ ਕਰਕੇ ਹੁਣ ਮੈਂ ਇਹਨਾਂ ਨੂੰ ਨਵਾਂ ਦਿਲ ਔਰ ਨਵੀਂ ਆਤਮਾ ਦਊਂਗਾ। ਮੈਂ ਆਪਣੇ ਜਿਹੜੇ ਉਸਦੇ ਲਾ, ਉਸਦੀਆਂ ਕਮੈਂਡਮੈਂਟਸ, ਉਸਦੇ ਜਿਹੜੇ ਹੁਕਮ ਆ ਉਹ ਇਹਨਾਂ ਦੀਆਂ ਦਿਲਾਂ ਤੇ ਲਿਖੂਗਾ ਤਾਂ ਕਿ ਮੇਰੇ ਰਸਤਿਆਂ ਤੇ ਚੱਲ ਸਕਣ ਆਪਣੇ ਨਾਮ ਦੀ ਖਾਤਰ। ਪ੍ਰਭੂ ਇਹ ਸਭ ਕੁਛ ਆਪਣੇ ਨਾਮ ਦੀ ਖਾਤਰ ਫੜਦਾ। ਪ੍ਰਭੂ ਜਿਸ ਨੂੰ ਫੜਦਾ, ਪ੍ਰਭੂ ਉਸ ਨੂੰ ਛੱਡਦਾ ਨਹੀਂ, ਉਸਨੇ ਦਾਊਦ ਨੇ ਹੁਣ ਇੱਕ ਦੂਸਰੀ ਕੌਮ ਦੇ ਬੰਦੇ ਨੂੰ ਇਹ ਦਿਖਾਇਆ ਕਿ ਨਹੀਂ, ਪ੍ਰਭੂ ਦੇ ਲਈ ਚੀਜ਼ ਇਸ ਤਰ੍ਹਾਂ ਨਹੀਂ ਲਈ ਜਾਂਦੀ, ਮੈਂ ਇਸ ਨੂੰ ਖਰੀਦੂੰਗਾ ਤੇਰੇ ਕੋਲੋਂ। ਸੋ ਉਸਨੇ 600 ਸੋਨੇ ਦੇ ਸਿੱਕੇ ਦੇ ਕੇ ਉਹ ਜ਼ਮੀਨ ਖਰੀਦੀ ਔਰ ਉਸ ਜ਼ਮੀਨ ਦੇ ਉੱਤੇ ਉਸਨੇ ਮੰਦਰ ਬਣਾਇਆ। ਔਰ ਸਾਡੇ ਪਿਆਰੇ ਬਾਪ ਨੇ ਆਪਣਾ ਪੁੱਤਰ ਦੇ ਕੇ ਸਾਨੂੰ ਖਰੀਦਿਆ ਔਰ ਫਿਰ ਉਸਨੇ ਸਾਨੂੰ ਆਪਣੇ ਮੰਦਰ ਬਣਾਇਆ। ਦਾਊਦ ਦੇ ਹਮੇਸ਼ਾ ਕੀਮਤ ਦਾਊਦ ਦੇ ਘਰਾਣੇ ਨੇ ਪੇ ਕੀਤੀ ਹੈ ਔਰ ਪ੍ਰਭੂ ਯਿਸੂ ਮਸੀਹ ਵੀ ਦਾਊਦ ਦੇ ਘਰਾਣੇ ਚੋਂ ਪੈਦਾ ਹੋਏ ਸੀ। ਉਹਨਾਂ ਨੇ ਕੀਮਤ ਦੇ ਕੇ ਸਾਨੂੰ ਖਰੀਦਿਆ।
ਔਰ ਆਪਣੇ ਮੰਦਰ ਬਣਾਇਆ। ਬੜਾ ਬਲੈਸਿੰਗ। ਸੋ ਪ੍ਰਭੂ ਨੇ ਉੱਥੇ ਉਸ ਨੂੰ ਜਗ੍ਹਾ ਦਿੱਤੀ, ਉੱਥੇ ਉਸਨੇ ਬਲੀਆਂ ਚੜਾਈਆਂ। ਉੱਥੋਂ ਫਿਰ ਉਸ ਤੋਂ ਬਾਅਦ ਜਿਹੜੀ ਸਜ਼ਾ ਆ ਰਹੀ ਸੀ ਉਹ ਸਜ਼ਾ ਰੁਕ ਗਈ। ਸੋ ਹੁਣ ਅਸੀਂ 22ਵੇਂ ਭਾਗ ਦੇ ਵਿੱਚ ਆ ਗਏ। ਇਸ ਦੀ ਪਹਿਲੀ ਆਇਤ ਮੈਂ ਪੜੂੰਗਾ, ਫਿਰ ਉਸ ਤੋਂ ਬਾਅਦ ਕੋਈ ਜਾਣਾ 145 ਜ਼ਬੂਰ ਕੱਢ ਕੇ ਰੱਖ ਲਿਆ, ਕਿਉਂਕਿ 145 ਜ਼ਬੂਰ ਇੱਥੇ ਆਉਂਦਾ ਹੈ। ਸੋ ਦਾਊਦ ਨੇ ਕਿਹਾ, ਇਸੇ ਥਾਂ ਉੱਤੇ ਪ੍ਰਭੂ ਪਰਮੇਸ਼ਵਰ ਦਾ ਮੰਦਰ ਹੋਵੇਗਾ। ਇਹ ਵੇਦੀ ਇਸਰਾਇਲ ਦੀਆਂ ਹੋਮ ਬਲੀਆਂ ਦੇ ਲਈ ਹੈ। ਸੋ ਜਿੱਥੇ ਦਾਊਦ ਨੇ ਉਹ ਵੇਦੀ ਬਣਾਈ ਸੀ, ਮੰਦਰ ਦੀ ਵੇਦੀ ਵੀ ਉੱਥੇ ਹੀ ਬਣੀ ਸੀ, ਉਸੇ ਜਗ੍ਹਾ ਤੇ ਬਣੀ ਸੀ। ਉਸ ਵੇਦੀ ਦੇ ਆਲੇ ਦੁਆਲੇ ਜਿਹੜਾ ਮੰਦਰ ਦਾ ਨਕਸ਼ਾ ਜਿਹੜਾ ਦਾਊਦ ਨੇ ਬਣਾਇਆ ਸੀ, ਉਹ ਸਾਰਾ ਨਕਸ਼ਾ ਹੋ ਰਿਹਾ, ਲੇਕਿਨ ਸੈਂਟਰ ਦੇ ਵਿੱਚ ਜਿਹੜੀ ਵੇਦੀ ਜਿੱਥੇ ਹੋਣੀ ਸੀਗੀ, ਵੇਦੀ ਉਹ ਹੀ ਸੀ, ਉਸੇ ਜਗ੍ਹਾ ਤੇ ਸੀ। ਸੋ ਆਓ 145 ਜ਼ਬੂਰ ਜਿਸ ਨੂੰ ਮਿਲ ਜਾਏ ਉਸ ਨੂੰ ਪੜ੍ਹਦੇ। ਮੈਂ ਪੜ੍ਹ ਦੇਣਾ ਪਾਸਟਰ ਜੀ? ਹਾਂਜੀ ਪੜ੍ਹ ਦਿਓ। ਸਫਾ ਹੈਗਾ 963। ਮਹਿਮਾ ਦਾ ਭਜਨ। ਹੇ ਮੇਰੇ ਪਰਮੇਸ਼ਰ ਰਾਜਾ, ਮੈਂ ਤੇਰੇ ਨਾਂ ਨੂੰ ਵਡਿਆਵਾਂਗਾ ਅਤੇ ਤੇਰੇ ਨਾਂ ਨੂੰ ਸਦਾ ਧੰਨ ਕਹਾਂਗਾ। ਹਰ ਰੋਜ਼ ਮੈਂ ਤੈਨੂੰ ਧੰਨ ਧੰਨ ਕਹਾਂਗਾ ਅਤੇ ਹਮੇਸ਼ਾ ਤੇਰੇ ਨਾਂ ਦੀ ਵਡਿਆਈ ਗਾਵਾਂਗਾ। ਪ੍ਰਭੂ ਮਹਾਨ ਹੈ, ਉਸ ਦੀ ਮਹਿਮਾ ਵੀ ਮਹਾਨ ਹੈ ਅਤੇ ਉਸ ਦੀ ਮਹਾਨਤਾ ਬਹੁਮੁੱਲੀ ਹੈ। ਪੀੜ੍ਹੀਓ ਪੀੜ੍ਹੀ ਤੇਰੇ ਕੰਮਾਂ ਦੀ ਚਰਚਾ ਚੱਲੇਗੀ। ਉਹ ਤੇਰੇ ਮਹਾਨ ਕੰਮਾਂ ਦੇ ਬਾਰੇ ਦੱਸਣਗੇ। ਮੈਂ ਤੇਰੇ ਤੇਜਵਾਨ ਪ੍ਰਤਾਪ ਦੀ ਸ਼ਾਨ ਅਤੇ ਤੇਰੇ ਅਦਭੁਤ ਕੰਮਾਂ ਤੇ ਧਿਆਨ ਕਰਾਂਗਾ। ਲੋਕ ਤੇਰੇ ਭਿਅੰਕਰ ਕੰਮਾਂ ਦਾ ਵਰਣਨ ਕਰਨਗੇ ਅਤੇ ਮੈਂ ਤੇਰੀ ਮਹਾਨਤਾ ਬਾਰੇ ਦੱਸਾਂਗਾ। ਉਹ ਦੇਖਣਗੇ ਕਿ ਤੇਰੀ ਭਲਾਈ ਕਿੰਨੀ ਭਾਰੀ ਗਿਣਤੀ ਵਿੱਚ ਹੈ। ਉਹ ਤੇਰੇ ਸੱਤ ਦੇ ਗੁਣ ਗਾਉਣਗੇ। ਪ੍ਰਭੂ ਦਿਆਲੂ ਅਤੇ ਕਿਰਪਾਲੂ ਹੈ। ਉਹ ਗੁੱਸੇ ਵਿੱਚ ਧੀਰਜਵਾਨ ਅਤੇ ਮਹਾਨ ਦਇਆਵਾਨ ਹੈ। ਪ੍ਰਭੂ ਸਭ ਨਾਲ ਭਲਾ ਕਰਦਾ ਅਤੇ ਆਪਣੇ ਰਚੇ ਸਭ ਪ੍ਰਾਣੀਆਂ ਤੇ ਤਰਸ ਖਾਂਦਾ ਹੈ। ਹੇ ਪ੍ਰਭੂ, ਤੇਰੀ ਸਾਰੀ ਸ੍ਰਿਸ਼ਟੀ ਤੇਰਾ ਧੰਨਵਾਦ ਕਰੇਗੀ ਅਤੇ ਤੇਰੇ ਸਭ ਭਗਤ ਤੈਨੂੰ ਧੰਨ ਕਹਿਣਗੇ। ਉਹ ਤੇਰੇ ਰਾਜ ਦੀ ਸ਼ਾਨ ਬਾਰੇ ਦੱਸਣਗੇ ਅਤੇ ਤੇਰੀ ਸ਼ਕਤੀ ਬਾਰੇ ਦੱਸਣਗੇ। ਤਦ ਸਾਰੇ ਮਾਨਵ ਤੇਰੇ ਸ਼ਕਤੀਸ਼ਾਲੀ ਕੰਮਾਂ ਅਤੇ ਸਾਰੇ ਰਾਜ ਦੇ ਤੇਜਵਾਨ ਪ੍ਰਤਾਪ ਨੂੰ ਜਾਣਨਗੇ। ਤੇਰਾ ਰਾਜ ਸਦੀਪਕ ਹੈ ਅਤੇ ਤੂੰ ਅਨੰਤ ਰਾਜਾ ਹੈ। ਪ੍ਰਭੂ ਆਪਣੇ ਸਭ ਬਚਨਾਂ ਨੂੰ ਵਿਸ਼ਵਾਸਯੋਗ ਹੈ ਅਤੇ ਆਪਣੇ ਸਭ ਕੰਮਾਂ ਵਿੱਚ ਭਲਾ ਹੈ। ਪ੍ਰਭੂ ਡਿੱਗਦਿਆਂ ਦਾ ਸਹਾਰਾ ਹੈ ਅਤੇ ਦੀਨਾਂ ਨੂੰ ਉੱਚਿਆਂ ਕਰਦਾ ਹੈ। ਸਭ ਪ੍ਰਾਣੀ ਆਸ ਭਰੀਆਂ ਨਜ਼ਰਾਂ ਨਾਲ ਉਸ ਵੱਲ ਤੱਕਦੇ ਹਨ ਅਤੇ ਉਹ ਉਹਨਾਂ ਨੂੰ ਹਰ ਮੌਸਮ ਵਿੱਚ ਭੋਜਨ ਦਿੰਦਾ ਹੈ। ਉਹ ਉਹਨਾਂ ਨੂੰ ਲੋੜ ਅਨੁਸਾਰ ਦਿੰਦਾ ਹੈ ਅਤੇ ਤ੍ਰਿਪਤ ਕਰਦਾ ਹੈ। ਪ੍ਰਭੂ ਆਪਣੇ ਹਰ ਕੰਮ ਵਿੱਚ ਨਿਆਂਕਾਰੀ ਅਤੇ ਭਲਾ ਹੈ। ਪ੍ਰਭੂ ਆਪਣੇ ਹਰ ਪੁਕਾਰਨ ਵਾਲੇ ਦੇ ਨੇੜੇ ਹੈ। ਜੋ ਵੀ ਉਸ ਨੂੰ ਮਨੋ ਹੋ ਕੇ ਪੁਕਾਰਦਾ ਹੈ, ਉਹ ਆਪਣੇ ਡਰਨ ਵਾਲਿਆਂ ਦੀ ਹਰ ਲੋੜ ਪੂਰੀ ਕਰਦਾ ਅਤੇ ਉਹਨਾਂ ਦੀ ਪੁਕਾਰ ਨੂੰ ਸੁਣ ਕੇ ਉਹਨਾਂ ਨੂੰ ਬਚਾਉਂਦਾ ਹੈ। ਉਹ ਆਪਣੇ ਹਰ ਪ੍ਰੇਮੀ ਨੂੰ ਸੰਭਾਲਦਾ ਪਰ ਸਭ ਦੁਸ਼ਟਾਂ ਦਾ ਨਾਸ਼ ਕਰਦਾ ਹੈ। ਮੇਰਾ ਮੂੰਹ ਪ੍ਰਭੂ ਦੀ ਵਡਿਆਈ ਕਰੇਗਾ। ਸਭ ਪ੍ਰਾਣੀ ਮਿਲ ਕੇ ਉਸ ਦੇ ਨਾਂ ਨੂੰ ਸਦੀਪਕ ਕਾਲ ਤੱਕ ਧੰਨ ਧੰਨ ਕਹਿਣ। ਬਚਨ ਪੜ੍ਹੇ ਸੁਣੇ ਜਾਣ ਤੇ ਸਾਰਿਆਂ ਨੂੰ ਸ਼ੀਸ਼ ਬਰਕਤ ਮਿਲੇ। ਬੜਾ ਬਿਊਟੀਫੁਲ ਜ਼ਬੂਰ, ਕਿੰਨਾ ਪਿਆਰਾ ਜ਼ਬੂਰ ਹੈ, ਕਿੰਨਾ ਪਿਆਰਾ ਭਜਨ ਹੈ ਪ੍ਰਭੂ ਦਾ, ਜੋ ਦਾਊਦ ਨੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਉਸ ਵੇਲੇ ਗਾਇਆ, ਜਿਸ ਲਈ ਉਸਨੇ ਉਸ ਪਿੰਡ ਦੇ ਵਿੱਚ ਬੇਦੀ ਬਣਾ ਕੇ ਪ੍ਰਭੂ ਨੂੰ ਗਲੀਆਂ ਦਿੱਤੀਆਂ ਔਰ ਉਸ ਤੋਂ ਬਾਅਦ ਉਸਨੇ ਕਿਹਾ ਕਿ ਪ੍ਰਭੂ ਦਾ ਮੰਦਿਰ ਹੁਣ ਇੱਥੇ ਬਣੇਗਾ। ਮਾਸਟਰ ਜੀ ਕਿਹੜਾ ਭਜਨ ਸੀ? ਮੈਂ ਲੇਟ ਹੋ ਗਈ। 145 ਮੇਰੀ ਪਿਆਰੀ ਭੈਣ। ਅੱਛਾ ਜੀ। ਹਾਂ, ਸੋ 145 ਦੇ ਭਜਨ ਦੀਆਂ ਜਿਹੜੀਆਂ ਮੇਨ ਆਇਤਾਂ ਆ ਉਹ ਇਹ ਹੈ, ਕਹਿੰਦਾ ਉਹ 14 ਆਇਤ ਤੋਂ ਦੇਖੋ, ਪ੍ਰਭੂ ਡਿੱਗਦਿਆਂ ਦਾ ਸਹਾਰਾ ਹੈ ਅਤੇ ਦੀਨਾਂ ਨੂੰ ਉੱਚਾ ਕਰਦਾ ਹੈ। ਸਭ ਪ੍ਰਾਣੀ ਆਸ ਭਰੀਆਂ ਨਜ਼ਰਾਂ ਦੇ ਨਾਲ ਉਸਦੇ ਵੱਲ ਤੱਕਦੇ ਹਨ ਅਤੇ ਉਹ ਉਹਨਾਂ ਨੂੰ ਹਰ ਮੌਸਮ ਦੇ ਵਿੱਚ ਭੋਜਨ ਦਿੰਦਾ ਹੈ। ਉਹ ਉਹਨਾਂ ਨੂੰ ਲੋੜ ਅਨੁਸਾਰ ਦਿੰਦਾ ਹੈ ਅਤੇ ਤ੍ਰਿਪਤ ਕਰਦਾ ਹੈ। ਉਹ ਉਹਨਾਂ ਨੂੰ ਲੋੜ ਅਨੁਸਾਰ ਦਿੰਦਾ ਹੈ ਔਰ ਉਹਨਾਂ ਨੂੰ ਤ੍ਰਿਪਤ ਕਰਦਾ ਹੈ। ਅੱਗੇ ਦੇਖੋ, ਪ੍ਰਭੂ ਆਪਣੇ ਹਰ ਕੰਮ ਦੇ ਵਿੱਚ ਨਿਆਂਕਾਰੀ
ਅਤੇ ਭਲਾ ਹੈ। ਪ੍ਰਭੂ ਆਪਣੇ ਹਰ ਪੁਕਾਰਨ ਵਾਲੇ ਦੇ ਨੇੜੇ ਹੈ, ਜੋ ਵੀ ਉਸ ਨੂੰ ਮਨੋਂ ਹੋ ਕੇ ਪੁਕਾਰਦਾ ਹੈ। ਉਹ ਆਪਣੇ ਡਰਨ ਵਾਲਿਆਂ ਦੀ ਹਰ ਲੋੜ ਪੂਰੀ ਕਰਦਾ ਹੈ। ਉਹ ਉਹਨਾਂ ਦੀ ਪੁਕਾਰ ਸੁਣ ਕੇ ਉਹਨਾਂ ਨੂੰ ਬਚਾਉਂਦਾ ਹੈ। ਉਹ ਆਪਣੇ ਹਰ ਪ੍ਰੇਮੀ ਨੂੰ ਸੰਭਾਲਦਾ ਹੈ, ਪਰ ਦੁਸ਼ਟਾਂ ਦਾ ਨਾਸ਼ ਕਰਦਾ ਹੈ। ਮੇਰਾ ਮੂੰਹ ਪ੍ਰਭੂ ਦੀ ਵਡਿਆਈ ਕਰੇਗਾ, ਸਭ ਪ੍ਰਾਣੀ ਮਿਲ ਕੇ ਉਸਦੇ ਨਾਂ ਨੂੰ ਸਦਾ ਸਦੀਪਕ ਕਾਲ ਤੱਕ ਧੰਨ ਧੰਨ ਕਹਿਣਗੇ। ਤੁਸੀਂ ਇੱਕ ਚੀਜ਼ ਦੇਖੋ ਕਿ ਪ੍ਰਭੂ ਦੇ ਕੰਨ, ਪ੍ਰਭੂ ਦੀਆਂ ਅੱਖਾਂ, ਪ੍ਰਭੂ ਦੀਆਂ ਸੋਚਾਂ, ਪ੍ਰਭੂ ਦੇ ਹੱਥ ਔਰ ਪ੍ਰਭੂ ਦੇ ਵਿਚਾਰ ਕਿਸ ਤਰ੍ਹਾਂ ਸਾਡੇ ਨਾਲ ਚੱਲਦੇ। ਸਾਨੂੰ ਕਿੰਨਾ ਆਪਣੇ ਆਪ ਨੂੰ ਪ੍ਰਭੂ ਦੇ ਵਿੱਚ ਲੀਨ ਰੱਖਣਾ ਚਾਹੀਦਾ। ਇਹ ਕੋਈ ਪ੍ਰਭੂ ਦੇ ਵਿੱਚ ਤੇ ਵੈਰੀ ਦੇ ਵਿੱਚ ਕੋਈ ਮੈਚ ਨਹੀਂ ਚੱਲਦਾ ਪਿਆ। ਇਹ ਕੋਈ ਮੈਚ ਨਹੀਂ ਚੱਲਦਾ ਪਿਆ। ਜੇ ਮੈਚ ਚੱਲਦਾ ਪਿਆ ਤੇ ਫਿਰ ਵੈਰੀ ਜਿੱਤਿਆ ਹੈ। ਕਿਉਂ ਜਿੱਤਿਆ? ਕਿਉਂਕਿ ਅਸੀਂ ਮੈਚ ਬਣਾਇਆ। ਕੋਈ ਮੈਚ ਨਹੀਂ ਪ੍ਰਭੂ ਦੇ ਵਿੱਚ। ਕਿਸੇ ਵੀ ਚੀਜ਼, ਹੋਰ ਕਿਸੇ ਵੀ ਚੀਜ਼ ਦੇ ਵਿੱਚ ਕੋਈ ਬਰਾਬਰੀ ਨਹੀਂ। ਸਾਡਾ ਧਿਆਨ ਉਹਦੇ ਵੱਲ ਲੱਗਾ ਰਹਿਣਾ ਚਾਹੀਦਾ। ਸਾਡਾ ਵਚਨ ਜਿਹੜਾ ਜੋ ਕਹਿੰਦਾ ਸਾਡਾ ਉਹਦੇ ਵੱਲ ਲੱਗਾ ਰਹਿਣਾ ਚਾਹੀਦਾ। ਸਾਨੂੰ ਆਪਣੇ ਅੰਤਕਰਨ ਨੂੰ ਦੇਖਦੇ ਰਹਿਣਾ ਚਾਹੀਦਾ ਕਿ ਮੇਰੇ ਅੰਤਕਰਨ ਦੇ ਵਿੱਚ ਕਿਤੇ ਕੋਈ ਐਸੀ ਸੋਚ, ਮੇਰੇ ਚਾਲ ਚਲਨ ਦੇ ਵਿੱਚ ਐਸੀ ਕੋਈ ਬੁਰਾਈ ਤਾਂ ਨਹੀਂ ਆ ਗਈ। ਕਿਉਂਕਿ ਉਹੀ ਦਰਵਾਜ਼ਾ ਹੋਣਾ, ਉਹੀ ਦਰਵਾਜ਼ਾ ਹੋਣਾ ਜਿਹਦੇ ਰਾਹੀਂ ਵੈਰੀ ਨੇ ਅੰਦਰ ਆਉਣਾ। ਮੈਨੂੰ ਉਹਨਾਂ ਦਰਵਾਜ਼ਿਆਂ ਦਾ ਧਿਆਨ ਰੱਖਣਾ ਪੈਣਾ। ਉਹਨਾਂ ਦਰਵਾਜ਼ਿਆਂ ਦਾ ਧਿਆਨ ਰੱਖਣਾ ਪੈਣਾ। ਔਰ ਇਸ ਚੀਜ਼ ਨੂੰ ਦੇਖੋ, ਇਹਦੇ ਵਿੱਚ ਦੇਖੋ, ਇਹ ਸਾਰੀਆਂ ਦੁਆਵਾਂ ਤੇ ਜਵਾਬ, ਦੁਆਵਾਂ ਤੇ ਜਵਾਬ, ਦੁਆਵਾਂ ਤੇ ਜਵਾਬ, ਦੁਆਵਾਂ ਤੇ ਜਵਾਬ ਇਸ ਭਜਨ ਦੇ ਵਿੱਚ ਆਉਂਦਾ ਪਿਆ। ਮੇਰੇ ਨਾਲ ਹੁਣ ਆ ਜਾਓ, ਅਸੀਂ 22ਵਾਂ ਭਾਗ ਜਿਹੜਾ ਇਤਿਹਾਸ ਦਾ, ਅਸੀਂ ਪਹਿਲੇ ਇਤਿਹਾਸ ਦੇ ਵਿੱਚ ਹੀ ਹੁਣ ਰਵਾਂਗੇ। ਇਹ ਇੱਕ ਐਸਾ ਏਰੀਆ ਸੀ ਜਿਹੜਾ ਅਸੀਂ ਕਵਰ ਨਹੀਂ ਕੀਤਾ ਸੀਗਾ, ਕਿਉਂਕਿ ਉੱਥੇ ਅਸੀਂ ਚੱਲਦੇ ਪਏ ਸੀਗੇ, ਸੋ ਮੈਂ ਉਹਦੇ ਵਿੱਚ ਖੜਨਾ ਨਹੀਂ ਸੀ ਮੰਗਦਾ। ਸੋ ਇਸ ਕਰਕੇ ਅੱਜ ਅਸੀਂ ਥੋੜਾ ਜਿਹਾ ਬੈਕ ਗੇਅਰ ਲਾਇਆ। ਅਸੀਂ ਇਹਨਾਂ ਚੀਜ਼ਾਂ ਨੂੰ ਦੇਖਦੇ ਪਏ ਹਾਂ ਜੋ ਦਾਊਦ ਨੇ ਪ੍ਰਭੂ ਦੇ ਲਈ ਕੀਤੀਆਂ, ਜੋ ਪ੍ਰਭੂ ਦੇ ਲਈ ਉਸਨੇ ਕਿਹਾ। ਉਸਦੀ ਜਿਹੜੀ ਲੀਨਤਾ ਸੀ, ਉਹਦਾ ਮਨ ਜਿੱਦਾਂ ਪ੍ਰਭੂ ਦੇ ਵਿੱਚ ਲੀਨ ਰਹਿੰਦਾ ਸੀ, ਉਸ ਦੀ ਲਗਨ ਉਸਦੀ ਉਹਦੇ ਨਾਲ ਲੱਗੀ ਰਹਿੰਦੀ ਸੀਗੀ। ਉਹਦੇ ਲਈ ਉਸਨੇ ਕੋਈ ਕੰਮ ਵੀ ਕੀਤੇ, ਉਸਨੇ ਉਹਦੇ ਲਈ ਕੰਮ ਵੀ ਕੀਤੇ। ਸੋ ਆਓ ਅਸੀਂ 2 ਤੋਂ ਲੈ ਕੇ ਇਸ ਨੂੰ 10 ਆਇਤ ਤੱਕ ਪਹਿਲਾਂ ਪੜਾਂਗੇ। ਜਿਸ ਨੂੰ ਮਿਲ ਜਾਏ पढ़। तब दाऊद ने इस्माइल के देश में से जो परदेसी थे उनको इकट्ठा करने की आज्ञा दी और परमेश्वर का भवन बनाने को पत्थर गढ़ने के लिए संगराज ठहरा दिए और दाऊद के फाटकों के किवाड़ों की कीलों और जड़ों के लिए बहुत सा लोहा और तौला से बाहर बहुत पीतल और गिनती से बाहर देवदारों के पेड़ इकट्ठे किए, क्योंकि सिदोने और सोर के लोग दाऊद के पास बहुत से देवदारों के पेड़ लगाए थे। और दाऊद ने कहा, मेरा पुत्र सैमुएल सुकुमार और लड़का है, और जो भवन यहोवा के लिए बनाना है उससे अत्यंत तेजोमय और सब देशों में प्रसिद्ध और शोभायान होना चाहिए, इसलिए मैं उसके लिए तैयारी करूं। अतः दाऊद ने बनने से पहले बहुत तैयारी की। फिर उसने अपने पुत्र सैलूमान को बुलाकर इस्राएल के परमेश्वर यहोवा के लिए भवन बनाने की आज्ञा दी। दाऊद ने अपने पुत्र सैलूमान से कहा, मैं हार्दिक इच्छा तो थी कि मैं अपने परमेश्वर यहोवा के नाम का एक भवन बनाऊं, परंतु यहोवा का यह वचन मेरे पास पहुंचा, तूने लहू बहुत बहाया और बड़े बड़े युद्ध किए हैं, इसलिए तू मेरे
नाम का भवन ना बनाने पाएगा, क्योंकि तू भूमि पर मेरी दृष्टि से बहुत लहू बहाया है। देख मैं तुझसे एक पुत्र देख तुम में से एक पुत्र उत्पन्न होगा जो शांत पुरुष होगा, और मैं उसको चारों ओर की शत्रुओं की से शांति दूंगा, और उसका नाम सलमान होगा। और उसके दिनों में मैं इज़राइल को शांति और चैन दूंगा। वही मेरे नाम का भवन बनाएगा, वही मेरा पुत्र ठहरेगा, और मैं उसका पिता ठहरूंगा, और उसकी राजगद्दी को मैं इज़राइल के ऊपर सदा के लिए स्थिर रखूंगा। अब मेरे सिस्टर, हाँ जी, सो जिसले ਅਸੀਂ ਦੂਸਰੀ ਆਇਤ ਦੇ ਵਿੱਚ ਆਉਨੇ ਆ ਤੇ ਇੱਥੇ ਦੇਖੋ उसकी सोच, उसने ये नहीं कहा कि प्रभु ने उसको कहता कि तेरा पुत्र मंदिर मेरे लिए बनाएगा, ते उसने हाथ ते हाथ रख के बह गया कि चलो मेरे पुत्र ने मंदिर बनाना। नहीं, दाऊद ने अगर ਅਸੀਂ ਇਹ ਦੇਖੀਏ ਤੇ ਕਹਿੰਦਾ ਇਜ਼ਰਾਈਲ ਦੇਸ਼ ਦੇ ਵਿੱਚ ਬਹੁਤ ਸਾਰੇ ਵਿਦੇਸ਼ੀ ਮਜ਼ਦੂਰ ਸਨ ਅਤੇ ਦਾਊਦ ਉਹਨਾਂ ਸਭ ਨੂੰ ਇਕੱਠਿਆਂ ਹੋਣ ਦੀ ਆਗਿਆ ਦਿੱਤੀ ਅਤੇ ਉਹਨਾਂ ਨੇ ਮੰਦਿਰ ਦੇ ਲਈ ਪੱਥਰ ਘੜਨ ਦਾ ਕੰਮ ਕੀਤਾ, ਕਿਉਂਕਿ ਜਿਸ ਵੇਲੇ ਪੱਥਰ ਉੱਥੇ ਮੰਦਿਰ ਦੇ ਵਿੱਚ ਲੈ ਕੇ ਜਾਏ ਜਾਣੇ ਆ, ਉੱਥੇ ਛੈਣੀ ਔਰ ਥੋੜੇ ਦੀ ਆਵਾਜ਼ ਨਹੀਂ ਆਉਣੀ। ਸਾਰੀਆਂ ਚੀਜ਼ਾਂ ਪਿੱਛੇ ਬਣਾ ਕੇ ਤਿਆਰ ਕਰਕੇ ਫਿਰ ਲੈ ਕੇ ਉੱਥੇ ਜਾਇਆ ਜਾਂਦਾ ਸੀ ਔਰ ਉਸ ਨੂੰ ਟਿਕਾ ਦਿੱਤਾ ਜਾਂਦਾ ਸੀ। ਸੋ ਕਹਿਣ ਦਾ ਕੀ ਮਤਲਬ ਕਿ ਉਸ ਮੰਦਿਰ ਦੇ ਪੱਥਰ ਦੀ ਲੰਬਾਈ, ਚੌੜਾਈ, ਉਚਾਈ ਕਿੰਨੀ ਹੋਣੀ ਚਾਹੀਦੀ ਆ, ਉਹ ਸਾਰੀਆਂ ਚੀਜ਼ਾਂ ਪਹਿਲਾਂ ਹੀ ਤੈਅ ਕਰ ਦਿੱਤੀਆਂ ਗਈਆਂ ਔਰ ਉਹਨਾਂ ਪੱਥਰਾਂ ਦੇ ਉੱਤੇ ਨੰਬਰ ਲਿਖ ਦਿੱਤੇ ਗਏ ਕਿ ਇਹ ਪੱਥਰ ਕਿੱਥੇ ਲੱਗਣਾ। just think about it। ਇੰਨੀ ਤਿਆਰੀ। ਫਿਰ ਉਸ ਤੋਂ ਬਾਅਦ ਅਸੀਂ ਇਹ ਦੇਖਦੇ ਹਾਂ ਕਿ ਦਾਊਦ ਨੇ ਮੰਦਿਰ ਦੇ ਬੂਹਿਆਂ ਅਤੇ ਕੁੰਡੇ ਤੇ ਕਬਜ਼ਿਆਂ ਦੇ ਲਈ ਬਹੁਤ ਸਾਰਾ ਲੋਹਾ ਅਤੇ ਇੰਨਾ ਕਹਿਆਂ ਦਿੱਤਾ ਜਿਸ ਦਾ ਕੋਈ ਹਿਸਾਬ ਨਹੀਂ ਸੀ। उसने सिदोन दे सूर निवासी दे कोलों बहुत सारी दियार दी लकड़ी मंगवाई। दाऊद ने कहा सुलेमान मेरा पुत्र अजे बालक ही है, उसनू कोई अनुभव नहीं है, पर प्रभु दे लई जो मंदिर बनाया जावेगा वो सुंदर होवेगा अते उसदी प्रसिद्धि हर थां ते फैलेगी, इसलिए मैं उसदी तैयारी करांगा। सो दाऊद ने अपने मरण तो पहला बहुत सारा समान तैयार किया। Isn't that amazing? बेशक वो सुलेमान का मंदिर कहाया क्योंकि सुलेमान ने उसको बनाया सी, पर तुसी ये कह सकते हैं कि सुलेमान ने सिर्फ इकट्ठा ही किया सी समान, जोड़िया ही सगा, सब कुछ इकट्ठा करके दाऊद रख गया सी। नंबर भी उसने लाते सी कि आ पत्थर कित्थे लगना, आ पत्थर कित्थे लगना, आ पत्थर कित्थे लगना। नक्शा बना के अपने पुत्र ते पुत्र दे हत्थ दे विच दे के गया सी कि मंदिर इदां दा बनना चाहिए। ਅਸੀਂ ਪਿੱਛੇ ਪੜ ਕੇ ਹਟੇ ਆ ਕਿੰਨੇ ਜਿਹੜੇ ਉਹਦੇ ਚੜਾਵੇ ਦੇ ਥਾਲ ਹੋਣਗੇ ਉਹ ਉਹਨਾਂ ਤੇ ਕਿੰਨਾ ਸੋਨਾ ਲਾਇਆ ਜਾਏਗਾ। ਇੱਕ ਚੀਜ਼ ਪ੍ਰਭੂ ਦੇ ਬੰਦੇ ਨੇ ਤਿਆਰ ਕੀਤੀ। बेशक प्रभु ने उसको मंदिर नहीं बनाने दिता, लेकिन फिर भी देखो कहना तद उसने अपने पुत्र सुलेमान ਨੂੰ ਸੱਦ ਕੇ ਆਗਿਆ ਦਿੱਤੀ ਕਿ ਉਹ ਇਜ਼ਰਾइल ਦੇ ਪ੍ਰਭੂ ਪਰਮੇਸ਼ਰ ਦੇ ਲਈ ਇੱਕ ਮੰਦਿਰ ਬਣਾਏ। ਦਾਊਦ ਨੇ ਉਸ ਨੂੰ ਕਿਹਾ ਪੁੱਤਰ ਮੇਰੀ ਇਹ ਇੱਛਾ ਸੀ ਕਿ ਮੈਂ ਪ੍ਰਭੂ ਆਪਣੇ ਪਰਮੇਸ਼ਰ ਦੇ ਲਈ ਇੱਕ ਮੰਦਿਰ ਬਣਾਵਾਂਗਾ, ਪਰ ਪ੍ਰਭੂ ਦਾ ਵਚਨ ਮੇਰੇ ਕੋਲ ਆਇਆ ਕਿ ਤੂੰ ਮੇਰੇ ਸਾਹਮਣੇ ਧਰਤੀ ਉੱਤੇ ਬਹੁਤ ਸਾਰਾ ਲਹੂ ਬਹਾਇਆ ਹੈ, ਤੂੰ ਬਹੁਤ ਸਾਰੀਆਂ ਲੜਾਈਆਂ ਲੜੀਆਂ ਹਨ, ਇਸ ਲਈ ਤੂੰ ਮੇਰੇ ਨਾਂ ਦੇ ਉੱਤੇ ਮੰਦਿਰ ਨਹੀਂ ਬਣਾ ਸਕੇਗਾ। ਪਰ ਪ੍ਰਭੂ ਨੇ ਮੇਰੇ ਨਾਲ ਇਹ ਪ੍ਰਤਿਗਿਆ ਕੀਤੀ ਹੈ तेरा एक पुत्र होवेगा जिसका नाम सुलेमान होवेगा, ਉਹ ਸ਼ਾਂਤੀ ਨਾਲ ਰਾਜ ਕਰੇਗਾ, ਕਿਉਂਕਿ ਮੈਂ ਉਸ ਦੇ ਰਾਜਕਾਲ ਦੇ ਵਿੱਚ ਇਜ਼ਰਾਈਲ ਦੇ ਵਿੱਚ ਸ਼ਾਂਤੀ ਹਰ ਪਾਸੇ ਅਮਨ ਚੈਨ ਕਰਾਂਗਾ ਅਤੇ ਉਹ ਹੀ ਮੇਰੇ ਨਾਂ ਦੇ ਉੱਤੇ ਇੱਕ ਮੰਦਿਰ ਬਣਾਵੇਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ, ਮੈਂ ਉਸ ਦਾ ਪਿਤਾ, ਉਸ ਦਾ ਵੰਸ਼ ਸਦਾ ਇਜ਼ਰਾਈਲ ਦੇ ਉੱਤੇ ਰਾਜ ਕਰੇਗਾ। ਹੁਣ ਇਸ ਆਇਤ ਨੂੰ ਬੜੇ ਧਿਆਨ ਦੇ ਨਾਲ ਦੇਖਿਓ। वो मेरा पुत्र होगा और मैं उसका पिता।
ਸੋ ਅਸੀਂ ਜਿਸ ਤਰ੍ਹਾਂ ਕਿ ਅਸੀਂ ਜਿਸਲੇ ਬਾਈਬਲ ਸਾਰੀ ਦੇ ਵਿੱਚ ਜਾਣਾ, ਅਸੀਂ ਟਾਈਪੋਲੋਜੀ ਆਫ ਜੀਸਸ ਕ੍ਰਾਈਸਟ ਦੇਖਣੀਆਂ ਹੈਗੀਆਂ। ਸੋ ਹੁਣ ਅਸੀਂ ਜਿਸ ਵੇਲੇ ਕੱਲ ਨੂੰ ਜਾਂ ਪਰਸੋਂ ਨੂੰ ਜਿਹੜੇ ਸਟੱਡੀ ਦੇ ਵਿੱਚ ਤੁਸੀਂ ਗੁਜ਼ਰ ਰਹੇ ਹੋਣਾ, ਸੋ ਮੈਂ ਤੁਹਾਨੂੰ ਉੱਥੇ ਆਪਾਂ ਦੇਖਾਂਗੇ ਟਾਈਪੋਲੋਜੀ ਆਫ ਗॉड ਐਂਡ ਹਿਸ ਸਨ। ਕਿ ਇਹ ਸੰਪੂਰਨ ਹੈ ਨਹੀਂ, ਲੇਕਿਨ ਇੱਕ ਪ੍ਰਭੂ ਨੇ ਝਲਕ ਸਾਨੂੰ ਦਿਖਾਈ ਕਿ ਇਹ ਚੀਜ਼ਾਂ ਕਿੱਦਾਂ ਹੋ ਰਹੀਆਂ, ਸਵਰਗ ਦੇ ਵਿੱਚ ਇਹ ਚੀਜ਼ਾਂ ਕਿੱਦਾਂ ਹੋ ਰਹੀਆਂ। ਸੋ ਉਹਦੀ ਝਲਕ ਅਸੀਂ ਇੱਕ ਦੇਖਾਂਗੇ, ਝਲਕਾਂ ਦੇਖਾਂਗੇ। ਉਸਨੂੰ ਕਹਿੰਦੇ ਟਾਈਪ, ਕਿਸੇ ਚੀਜ਼ ਦਾ ਟਾਈਪ ਹੋਣਾ। ਸੋ ਐਨੀ ਇਸ ਨੂੰ ਯਾਦ ਰੱਖਿਓ ਕਿ ਉਹ ਮੇਰਾ ਪੁੱਤਰ ਹੋਵੇਗਾ ਔਰ ਮੈਂ ਉਸਦਾ ਪਿਤਾ। ਦੈਟਸ ਵੈਰੀ ਇੰਪੋਰਟੈਂਟ। ਅਗਰ ਤੁਸੀਂ ਹਾਈਲਾਈਟ ਕਰਨੀ ਮੰਗਦੇ ਇਸ ਆਇਤ ਨੂੰ ਹਾਈਲਾਈਟ ਕਰ ਲਓ। ਦਾਊਦ ਨੇ ਅੱਗੇ ਕਿਹਾ, ਮੇਰੇ ਪੁੱਤਰ ਪ੍ਰਭੂ ਮੇਰਾ ਪਰਮੇਸ਼ਰ ਤੇਰੇ ਨਾਲ ਹੋਵੇ ਅਤੇ ਤੇਰੇ ਸੰਬੰਧ ਵਿੱਚ ਆਪਣੀ ਪ੍ਰਤਿਗਿਆ ਪੂਰੀ ਕਰੇ। ਕੋਈ ਜਾਣਾ ਇਸ ਨੂੰ 11 ਤੋਂ ਲੈ ਕੇ 19 ਤੱਕ ਪੜ੍ਹਦੇ। ਦਾਊਦ ਨੇ ਅੱਗੇ ਕਿਹਾ, ਮੇਰੇ ਪੁੱਤਰ ਪ੍ਰਭੂ ਮੇਰਾ ਪਰਮੇਸ਼ਰ ਤੇਰੇ ਨਾਲ ਹੋਵੇ ਅਤੇ ਤੇਰੇ ਸੰਬੰਧ ਵਿੱਚ ਆਪਣੀ ਪ੍ਰਤਿਗਿਆ ਪੂਰੀ ਕਰੇ ਕਿ ਤੂੰ ਉਸ ਦੇ ਨਾਂ ਉੱਤੇ ਮੰਦਿਰ ਬਣਾਉਣ ਵਿੱਚ ਸਫਲ ਹੋਵੇਂ। ਪ੍ਰਭੂ ਤੇਰਾ ਪਰਮੇਸ਼ਰ ਉਸ ਸਮੇਂ ਤੈਨੂੰ ਸਮਝ ਤੇ ਅਕਲ ਦੇਵੇ ਜਦੋਂ ਤੂੰ ਇਸਰਾਇਲ ਦਾ ਰਾਜਾ ਬਣੇ ਕਿ ਤੂੰ ਉਸ ਦੀ ਵਿਵਸਥਾ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰ ਸਕੇ। ਤੂੰ ਵਧੇ ਫੁੱਲੇਗਾ ਜੇਕਰ ਤੂੰ ਪ੍ਰਭੂ ਦੀਆਂ ਉਹਨਾਂ ਵਿਧੀਆਂ ਤੇ ਨਿਯਮਾਂ ਦੀ ਪਾਲਣਾ ਕਰੇਗਾ ਜਿਨ੍ਹਾਂ ਦੀ ਉਸਨੇ ਮੂਸਾ ਦੁਆਰਾ ਆਗਿਆ ਦਿੱਤੀ ਹੈ। ਤੂੰ ਹੌਸਲਾ ਰੱਖ ਅਤੇ ਦਲੇਰ ਹੋ ਤੇ ਨਾ ਡਰ। ਮੈਂ ਪ੍ਰਭੂ ਦੇ ਮੰਦਿਰ ਲਈ ਬੜੀ ਮਿਹਨਤ ਨਾਲ 35 ਲੱਖ ਕਿਲੋ ਸੋਨਾ ਅਤੇ 3.5 ਕਰੋੜ ਕਿਲੋ ਚਾਂਦੀ ਅਤੇ ਇੰਨਾ ਲੋਹਾ ਤੇ ਕਹਾ ਇਕੱਠਾ ਕੀਤਾ ਹੈ ਕਿ ਉਸ ਨੂੰ ਤੋਲਿਆ ਨਹੀਂ ਜਾ ਸਕਦਾ ਹੈ। ਮੈਂ ਮੰਦਿਰ ਦੇ ਲਈ ਲੱਕੜੀ ਤੇ ਪੱਥਰ ਵੀ ਇਕੱਠਾ ਕੀਤਾ। ਤੂੰ ਇਸ ਸਭ ਵਿੱਚ ਹੋਰ ਵਾਧਾ ਕਰਨਾ। ਤੇਰੇ ਕੋਲ ਅਣਗਿਣਤ ਕਾਰੀਗਰ ਹਨ, ਅਰਥਾਤ ਪੱਥਰ ਘਾੜੇ, ਰਾਜ, ਤਰਖਾਣ ਆਦਿ। ਤੇਰੇ ਕੋਲ ਬਹੁਤ ਸਾਰੇ ਕਾਰੀਗਰ ਹਨ ਜੋ ਸੋਨੇ, ਚਾਂਦੀ, ਕਹੇ ਤੇ ਲੋਹੇ ਦੇ ਕੰਮ ਵਿੱਚ ਮਾਹਰ ਹਨ। ਤੂੰ ਕੇਵਲ ਤਕੜਾ ਹੋ ਅਤੇ ਕੰਮ ਸ਼ੁਰੂ ਕਰ, ਪ੍ਰਭੂ ਤੇਰੇ ਨਾਲ ਹੋਵੇਗਾ। ਰਾਜਾ ਦਾਊਦ ਨੇ ਇਸਰਾਇਲ ਦੇ ਸਭ ਆਗੂਆਂ ਨੂੰ ਸੁਲੇਮਾਨ ਦੀ ਮਦਦ ਕਰਨ ਦੇ ਲਈ ਆਗਿਆ ਦਿੱਤੀ। ਉਸਨੇ ਉਹਨਾਂ ਨੂੰ ਕਿਹਾ, ਪ੍ਰਭੂ ਤੁਹਾਡਾ ਪਰਮੇਸ਼ਰ ਤੁਹਾਡੇ ਨਾਲ ਰਿਹਾ ਹੈ ਅਤੇ ਉਸਨੇ ਹਰ ਪਾਸਿਓਂ ਤੁਹਾਨੂੰ ਸ਼ਾਂਤੀ ਦਿੱਤੀ ਹੈ। ਉਸਨੇ ਇਹ ਸਾਡੀ ਧਰਤੀ ਉੱਤੇ ਰਹਿ ਰਹੇ ਪੈਸਿਆਂ ਨੂੰ ਮੇਰੇ ਹੱਥੀਂ ਸੌਂਪ ਦਿੱਤਾ ਅਤੇ ਉਹ ਹੁਣ ਸਾਡੇ ਤੇ ਪ੍ਰਭੂ ਦੇ ਅਧੀਨ ਹਨ। ਹੁਣ ਤੁਸੀਂ ਪ੍ਰਭੂ ਆਪਣੇ ਪਰਮੇਸ਼ਰ ਲਈ ਮੰਦਿਰ ਬਣਾਉਣਾ ਸ਼ੁਰੂ ਕਰੋ ਜਿਸ ਵਿੱਚ ਤੁਸੀਂ ਨੇਮ ਦਾ ਸੰਦੂਕ ਅਤੇ ਬਾਕੀ ਦੀਆਂ ਪਵਿੱਤਰ ਵਸਤਾਂ ਰੱਖੋਗੇ। ਆਮੀਨ। ਧਿਆਨ ਦੇ ਨਾਲ ਦੇਖੋ ਕਿਸ ਤਰ੍ਹਾਂ ਉਸਨੇ ਸਾਰਾ ਕੁਝ ਉਸਦੀ ਜ਼ਿੰਦਗੀ, ਜੋ ਕੁਝ ਉਸਨੇ ਇਕੱਠਾ ਵੀ ਕੀਤਾ, 35 ਕਿਲੋ ਦੇ ਉਹ ਮੁਕਟ ਲੈ ਕੇ ਆਇਆ। ਥੋੜੀ ਦੇਰ ਉਸਨੇ ਆਪਣੇ ਸਿਰ ਦੇ ਉੱਤੇ ਰੱਖਿਆ ਉੱਥੇ ਦੇ ਲੋਕਾਂ ਨੂੰ ਦਿਖਾਉਣ ਦੇ ਲਈ, ਬਾਅਦ ਦੇ ਵਿੱਚ ਪ੍ਰਭੂ ਦੇ ਲਈ ਲਿਆ ਕੇ ਰੱਖ ਦਿੱਤਾ। ਉਸਨੇ ਕੋਈ ਵੀ ਕੰਮ ਐਸਾ ਨਹੀਂ ਕੀਤਾ। ਦਾਊਦ ਨੇ ਆਪਣੀ ਸਾਰੀ ਉਮਰ ਦੇ ਵਿੱਚ ਆਪਣੇ ਲਈ ਸਿਰਫ ਇੱਕ ਮਹਿਲ ਬਣਾਇਆ ਸੀ। ਬਾਕੀ ਉਦਾਂ ਛੋਟੀਆਂ ਜਗ੍ਹਾਵਾਂ ਜਿੱਦਾਂ ਕਿ ਰਾਜਿਆਂ ਦੇ ਕੋਲ ਹੁੰਦੀਆਂ, ਬਾਕੀ ਦੇ ਕਬੀਲਿਆਂ ਦੇ ਵਿੱਚ ਵੀ ਇੱਕੋ ਹੀ ਮਹਿਲ ਸੀ ਉਹਦੇ ਕੋਲ ਆਪਣੇ ਰਹਿਣ ਦੇ ਲਈ। ਔਰ ਜੋ ਕੁਛ ਵੀ ਸੀ ਪ੍ਰਭੂ ਦੇ ਲਈ, ਐਵੇਂ ਨਹੀਂ। ਅਸੀਂ ਅੱਜ ਵੀ ਜਿਸਲੇ ਕੰਪੈਰੀਜ਼ਨ ਕੀਤਾ ਜਾਂਦਾ ਕਿਸੇ ਰਾਜੇ ਦਾ, ਕਿਸੇ ਪ੍ਰਾਈਮ ਮਿਨਿਸਟਰ ਦਾ, ਕਿਸੇ ਦਾ ਵੀ, ਪ੍ਰੈਜ਼ੀਡੈਂਟ ਦਾ ਵੀ, ਉਹਦਾ ਕੰਪੈਰੀਜ਼ਨ ਸਿਰਫ ਇੱਕ ਰਾਜੇ ਦੇ ਨਾਲ ਕੀਤਾ ਜਾਂਦਾ, ਦਾਊਦ ਦੇ ਨਾਲ। ਕਿੰਨਾ ਪ੍ਰਭੂ ਨੂੰ ਪਿਆਰ ਉਸਦਾ, ਸਭ ਕੁਛ ਪ੍ਰਭੂ ਦੇ ਲਈ, ਸਭ ਕੁਛ ਉਸਦਾ ਪ੍ਰਭੂ ਦੇ ਲਈ। ਨੋ ਵੰਡਰ ਕਿ ਅੱਜ ਸਵਰਗ ਦੀ ਰਾਜਗੱਦੀ ਦੇ ਉੱਤੇ ਵੀ ਜਿਹੜਾ ਬੈਠਾ ਆ ਉਹ ਦਾਊਦ ਦਾ ਪੁੱਤਰ ਵੀ ਕਹਾਉਂਦਾ, ਜਿਹਦਾ ਰਾਜ ਸਦਾ ਤੱਕ, ਅਨੰਤ ਕਾਲ ਤੱਕ ਜਿਸਦਾ ਰਾਜ ਹੈ। ਉਹ ਜਿਹਦੇ ਹੱਥ ਦੇ ਵਿੱਚ ਉਹ ਲੋਹੇ ਦਾ ਸੈਪਟਰ, ਜੋ ਆਪਣੇ ਖਿਲਾਫ ਖੜੇ ਹੋਣ ਵਾਲਿਆਂ ਨੂੰ ਉਹ ਕੱਚੇ ਭਾਂਡੇ ਦੀ ਤਰ੍ਹਾਂ ਤੋੜੇਗਾ। ਇਹ ਹੈ ਪ੍ਰਭੂ ਦੀ ਬਰਕਤ। ਇਹ ਹੈ ਜਿਸ ਲਈ ਸਾਨੂੰ ਪ੍ਰਭੂ ਦੀ ਲਗਨ ਹੁੰਦੀ ਹੈ। ਅਸੀਂ ਪ੍ਰਭੂ ਦੇ ਵਿੱਚ ਮਗਨ ਹੁੰਦੇ ਹਾਂ ਕਿ ਸਾਨੂੰ ਦੁਨਿਆਵੀ ਚੀਜ਼ਾਂ ਭੁੱਲ ਜਾਂਦੀਆਂ।
ਲੇਕਿਨ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਿਹੜਾ ਬਹਿਣਾ ਆ, I am so blessed ਤੁਹਾਡੇ ਸਾਰਿਆਂ ਦੇ ਨਾਲ। I'm so blessed। ਇਹ ਜਿੱਦਾਂ ਹੀ 5-50 ਹੁੰਦੇ ਆ ਨਾਲ ਹੀ ਟਿੰਗ 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 ਕਰਕੇ ਜਿੱਦਾਂ ਚੂਚੇ ਇਕੱਠੇ ਹੋ ਜਾਂਦੇ ਨਾ ਆਪਣੀ ਮਾਂ ਦੇ ਆਲੇ ਦੁਆਲੇ, ਏਦਾਂ ਤੁਸੀਂ ਪ੍ਰਭੂ ਦੇ ਮੇਜ਼ ਦੇ ਉੱਤੇ ਆ ਕੇ ਬਹਿ ਜਾਂਦੇ ਆ। Such a blessing। It's such an honor। Such an honor। ਸਿਖਾ ਤਾਂ ਤੁਹਾਨੂੰ ਪ੍ਰਭੂ ਰਿਹਾ, ਮੈਂ ਨਹੀਂ ਸਿਖਾ ਰਿਹਾ, ਲੇਕਿਨ ਮੈਂ ਪ੍ਰਭੂ ਦਾ ਬਹੁਤ ਸ਼ੁਕਰ ਕਰਦਾ ਕਿ ਉਸਨੇ ਮੈਨੂੰ ਇਸ ਦੇ ਲਈ ਉਹ ਮੈਨੂੰ ਯੂਜ਼ ਕਰਦਾ ਪਿਆ। It's a blessing। ਸੋ ਜ਼ਬੂਰ 133 ਜਿਸ ਨੂੰ ਮਿਲ ਜਾਏ। ਮੈਂ ਪੜ੍ਹਦੀ ਨਹੀਂ ਪਾਸਟਰ ਜੀ। ਇਹ ਕਿੰਨਾ ਸੁੰਦਰ ਤੇ ਸੁਹਾਵਣਾ ਹੈ ਕਿ ਭਰਾ ਇੱਕ ਮਨ ਹੋ ਕੇ ਰਹਿਣ। ਇਹ ਸਿਰ ਦੇ ਉੱਤੇ ਡੋਲੇ ਗਏ ਬਹੁਮੁੱਲੇ ਤੇਲ ਵਰਗਾ ਹੈ, ਜੋ ਹਾਰੂਨ ਦੀ ਦਾੜੀ ਤੋਂ ਵੀ ਵੱਧ ਕੇ ਉਸਦੇ ਚੋਗੇ ਤੱਕ ਆ ਪਹੁੰਚਿਆ ਹੈ। ਇਹ ਹਰਮੋਨ ਪਹਾੜ ਦੀ ਤਰੇਲ ਵਰਗਾ ਹੈ, ਜੋ ਸਿਯੋਨ ਪਹਾੜ ਤੇ ਆ ਡਿੱਗਦੀ ਹੈ। ਉੱਥੇ ਹੀ ਪ੍ਰਭੂ ਨੇ ਅਸੀਸ ਦੇਣ ਦੀ ਪ੍ਰਤਿਗਿਆ ਕੀਤੀ ਹੈ। ਸੋ ਇਹ ਜਿਹੜਾ ਜ਼ਬੂਰ ਆ, ਜਿਸ ਲਈ ਜਿਹੜਾ ਦਾਊਦ ਨੇ ਉੱਥੇ ਗਾਇਆ, ਸਾਰੇ ਅਧਿਕਾਰੀ ਬੈਠੇ ਹੋ ਸੀ। ਬਹੁਤ ਸਾਰੇ ਜ਼ਬੂਰ ਸਾਨੂੰ ਉਹਦਾ ਸਮਝ ਨਹੀਂ ਆਉਂਦੇ, ਲੇਕਿਨ ਜਿਸ ਲਈ ਅਸੀਂ ਸਹੀ ਜਗ੍ਹਾ ਦੇ ਉੱਤੇ ਉਹਨਾਂ ਨੂੰ ਦੇਖਦੇ ਹਾਂ, ਫਿਰ ਸਮਝ ਆਉਂਦਾ ਵੀ ਇਹ ਉੱਤੇ ਹੋ ਕੀ ਰਿਹਾ ਸੀ, ਕੀ ਹੋ ਰਿਹਾ ਸੀ। ਦਾਊਦ ਇੱਕ ਅਮੇਜ਼ਿੰਗ ਪ੍ਰਭੂ ਦਾ ਵਚਨ, ਜਿਹਦੀ ਸਾਰਾ ਕੁਝ ਹੈ ਹੀ ਜਿਹਦਾ ਪ੍ਰਭੂ ਆ, ਜਿਹਦੀ ਸੋਚ ਪ੍ਰਭੂ ਆ, ਜਿਹਦੀ ਜਾਨ ਪ੍ਰਭੂ ਆ, ਜਿਹਦਾ ਪਿਆਰ ਪ੍ਰਭੂ ਆ, of course ਉਸਨੂੰ ਪ੍ਰਭੂ ਨੇ ਸੱਜਿਓਂ ਖੱਬਿਓਂ ਭਜਨ ਦੇਣੇ। of course ਉਸ ਤੋਂ ਇਹਨਾਂ ਭਜਨਾਂ ਦਾ ਜਿਹੜਾ ਜਨਮ ਆ ਉਹ ਤੋਂ ਹੋਣਾ ਹੈ, ਜਿਹੜਾ ਹਮੇਸ਼ਾ ਪ੍ਰਭੂ ਦੇ ਲਈ ਪ੍ਰਸਤੁਤਕ ਦੀਆਂ ਪੀੜਾਂ ਦੇ ਵਿੱਚ ਰਹਿੰਦਾ, ਜਿਹਦੀ ਅੱਖ ਹਮੇਸ਼ਾ ਪ੍ਰਭੂ ਦੇ ਉੱਤੇ ਲੱਗੀ ਰਹਿੰਦੀ ਆ। of course ਉਹਦੇ ਤੋਂ ਏਦਾਂ ਦੇ ਜ਼ਬੂਰ ਪੈਦਾ ਹੋਣੇ। ਦੇਖੋ ਕਿੱਦਾਂ ਹਾਰੂਨ ਤੋਂ ਲੈ ਕੇ ਹੁਣ ਤੱਕ ਉਸਨੇ ਕਿੱਦਾਂ ਇਹਨਾਂ ਸਾਰੇ ਲੀਡਰਾਂ ਨੂੰ ਜਿਹੜੇ ਉੱਥੇ ਬੈਠੇ ਹੋਆ, ਉਹ ਹਾਲੇ ਬਾਲਕ ਆ ਵਿਚਾਰਾ ਸੁਲੇਮਾਨ, ਕਿੱਦਾਂ ਉਹਦੇ ਆਲੇ ਦੁਆਲੇ ਸਾਰੇ ਬੰਦ ਤੇ, ਕਿੱਦਾਂ ਸਾਰੇ, ਕਿੰਨਾ ਸੁਹਾਵਣਾ ਹੈ। ਦੇਖੋ ਅਗਰ 133 ਜੀ ਦੁਆਰਾ ਪੜ੍ਹੀਏ ਤਾਂ ਵਚਨ ਕਹਿੰਦਾ ਇਹ ਕਿੰਨਾ ਸੁਹਾਵਣਾ ਹੈ ਕਿ ਭਰਾ ਇੱਕ ਮਨ ਹੋ ਕੇ ਰਹਿਣ। ਕਿਹੜਾ ਮਨ? ਮੰਦਰ ਬਣਾਉਣ ਦੀ ਗੱਲ ਕਰਦਾ ਪਿਆ ਨਾ ਇਸ ਵੇਲੇ। ਭਰਾ ਇੱਕ ਮਨ ਹੋ ਕੇ ਰਹਿਣ। ਇਹ ਸਿਰ ਦੇ ਉੱਤੇ ਡੋਲੇ ਗਏ ਬਹੁਮੁੱਲੇ ਤੇਲ ਵਰਗਾ ਹੈ, ਜੋ ਹਾਰੂਨ ਦੀ ਦਾੜੀ ਤੋਂ ਵਗ ਕੇ ਉਸਦੇ ਚੋਗੇ ਤੇ ਆ ਪਹੁੰਚਿਆ ਹੈ। ਇਹ ਹਰਮੋਨ ਪਹਾੜ ਦੀ ਤਰੇਲ ਵਰਗਾ ਹੈ, ਜੋ ਸਿਯੋਨ ਪਹਾੜ ਤੇ ਆ ਡਿੱਗਦੀ ਹੈ। ਉੱਥੇ ਹੀ ਪ੍ਰਭੂ ਨੇ ਅਸੀਸ ਦੇਣ ਦੀ ਪ੍ਰਤਿਗਿਆ ਕੀਤੀ ਹੈ, ਅਰਥਾਤ ਕਿਹਦੀ? ਅਨੰਤ ਜੀਵਨ ਦੀ। That is a prophecy। That is a prophecy। ਔਰ ਦੇਖੋ ਇਹਦੇ ਵਿੱਚ ਕਿੰਨਾ ਕੁਛ ਆ ਇਸ ਪ੍ਰੋਫੈਸੀ ਦੇ ਵਿੱਚ। ਅਨੰਤ ਜੀਵਨ ਦੀ, ਸਾਲਵੇਸ਼ਨ ਦੀ, ਮੁਕਤੀ ਦੀ ਗੱਲ ਇੱਥੇ ਹੋ ਰਹੀ ਹੈ। ਔਰ ਦਾਊਦ ਉਹਨਾਂ ਸਾਰਿਆਂ ਦਾ ਧਿਆਨ ਉਹਦੇ ਵੱਲ ਆ ਰਿਹਾ, ਉਸ ਚੀਜ਼ ਦੇ ਵੱਲ ਆ ਰਿਹਾ। ਬੜਾ ਬਲੈਸਿੰਗ, ਬੜਾ ਬਲੈਸਿੰਗ। ਆਓ ਹੁਣ ਅਸੀਂ 23ਵੀਂ ਦੀ ਪਹਿਲੀ ਆਇਤ, ਜਦੋਂ ਉਹ ਬਹੁਤ ਬੁੱਢਾ ਹੋ ਗਿਆ, ਆਪਣੇ ਪੁੱਤਰ ਸੁਲੇਮਾਨ ਨੂੰ ਆਪਣੀ ਥਾਂ ਇਜ਼ਰਾਈਲ ਦਾ ਰਾਜਾ ਬਣਾਇਆ ਨਹੀਂ, ਹਾਲੇ ਉਸਨੂੰ ਨਿਯੁਕਤ ਕੀਤਾ। ਹਾਲੇ ਉਸਨੂੰ ਨਿਯੁਕਤ ਕੀਤਾ ਗਿਆ, ਹਾਲੇ ਉਹ ਰਾਜਾ ਬਣਿਆ ਨਹੀਂ। ਰਾਜਾ ਹਾਲੇ ਤੱਕ ਦਾਊਦ ਹੀ ਆ। ਇਸ ਦਾ ਸਾਨੂੰ ਬੜਾ ਧਿਆਨ ਰੱਖਣਾ ਪੈਣਾ। ਸੋ ਆਓ ਹੁਣ ਅਸੀਂ ਇਸ ਚੈਪਟਰ ਦੀ 2 ਤੋਂ ਲੈ ਕੇ 22ਵਾਂ 23ਵਾਂ ਭਾਵ, ਹਾਂ, ਤੇ 2 ਤੋਂ ਲੈ ਕੇ 6 ਤੱਕ ਕੋਈ ਜਾਣਾ ਪੜਦਾ। ਮੈਂ ਪੜ੍ਹਨਾ ਬਸ ਜੀ। ਹਾਂਜੀ ਹਾਂਜੀ। ਲੇਵੀ ਲੋਕਾਂ ਦੇ ਦਾਊਦ ਜਦੋਂ ਬਹੁਤ ਵੱਡਾ ਹੋ ਗਿਆ ਤਾਂ ਉਸਨੇ ਆਪਣੇ ਪੁੱਤਰ ਸੁਲੇਮਾਨ ਨੂੰ ਆਪਣੀ ਥਾਂ ਇਜ਼ਰਾਈਲ ਦਾ ਰਾਜਾ ਬਣਾਇਆ।
ਲੇਵੀ ਲੋਕਾਂ ਦੇ ਕੰਮ। ਤਦ ਰਾਜਾ ਦਾਊਦ ਨੇ ਸਭ ਇਜ਼ਰਾਈਲੀ ਆਗੂਆਂ, ਪੁਰੋਹਿਤਾਂ ਤੇ ਲੇਵੀਆਂ ਨੂੰ ਇਕੱਠਿਆਂ ਕੀਤਾ। ਉਸਨੇ ਸਭ ਲੇਵੀਆਂ ਦੀ, ਜਿਨ੍ਹਾਂ ਦੀ ਉਮਰ 30 ਸਾਲਾਂ ਤੋਂ ਉੱਤੇ ਸੀ, ਗਿਣਤੀ ਕੀਤੀ ਤੇ ਉਹਨਾਂ ਦੀ ਕੁੱਲ ਗਿਣਤੀ 38,000 ਸੀ। ਉਸਨੇ 24,000 ਲੇਵੀਆਂ ਨੂੰ ਮੰਦਰ ਦੀ ਸੇਵਾ ਦੇ ਕੰਮ ਲਈ ਨਿਯੁਕਤ ਕੀਤਾ ਅਤੇ 6,000 ਨੂੰ ਲੇਖਾ ਰੱਖਣ ਅਤੇ ਨਿਆਂ ਕਰਨ ਦੇ ਲਈ, ਨਿਆਂ ਕਰਨ ਦਾ ਕੰਮ ਦਿੱਤਾ। ਉਸਨੇ 4,000 ਨੂੰ ਮੰਦਰ ਦੇ ਪਹਿਰੇ ਲਈ ਨਿਯੁਕਤ ਕੀਤਾ ਅਤੇ 4,000 ਨੂੰ ਸਾਜ਼ਾਂ ਦੁਆਰਾ ਪ੍ਰਭੂ ਦੀ ਮਹਿਮਾ ਕਰਨ ਦਾ ਕੰਮ ਦਿੱਤਾ। ਰਾਜਾ ਦਾਊਦ ਨੇ ਸਭ ਲੇਵੀਆਂ ਨੂੰ ਉਹਨਾਂ ਦੀਆਂ ਤਿੰਨਾਂ ਕੁੱਲਾਂ ਅਨੁਸਾਰ 3 ਹਿੱਸਿਆਂ ਵਿੱਚ ਵੰਡ ਦਿੱਤਾ, ਗੇਰਸ਼ੋਨ, ਕਹਾਤ ਤੇ ਮਰਾਰੀ। ਆਮੀਨ। ਇੱਥੇ ਤੇ ਪੜ੍ਹਨਾ ਬਸ ਜੀ। ਉਸ ਤੋਂ ਨਹੀਂ ਬਸ ਤੇ ਪੜ੍ਹਨਾ, ਕਿਉਂਕਿ ਉਸ ਤੋਂ ਗਾਂ ਹੁਣ ਜਿੰਨੇ ਉਹ ਸਾਰੇ ਨਾਂ ਆ ਕਿ ਕਿਹੜੇ ਕਬੀਲੇ ਨੂੰ ਉਹਨੇ ਕਿਹੜਾ ਕੰਮ ਦਿੱਤਾ, ਕਿਹੜੇ ਘਰਾਣੇ ਨੂੰ ਕਿਹੜਾ ਕੰਮ ਦਿੱਤਾ, ਕਿਹੜੇ ਘਰਾਣੇ ਨੂੰ ਕਿਹੜਾ ਕੰਮ ਕੀਤਾ। ਸੋ ਸਭ ਤੋਂ ਪਹਿਲਾਂ ਜਿਹੜਾ ਉਸਨੇ ਚੁਣਿਆ, ਜਿਹੜਾ ਮੰਦਿਰ ਹਾਲੇ ਬਣਿਆ ਨਹੀਂ, ਬਣਨ ਜਾ ਰਿਹਾ, ਔਰ ਉਹਦੀ ਤਿਆਰੀ ਦੇਖੋ ਕਿਸ ਤਰ੍ਹਾਂ ਹੋ ਰਹੀ ਹੈ। ਕੱਲੇ ਇੱਟਾਂ ਪੱਥਰ ਹੀ ਨਹੀਂ ਉਸਨੇ ਚੁਣੇ, ਉਸ ਮੰਦਿਰ ਦੇ ਵਿੱਚ ਪ੍ਰਭੂ ਦੀ ਪ੍ਰਸਤਿਸ਼ ਕੌਣ ਕਰੇਗਾ, ਪ੍ਰਭੂ ਦੇ ਜਿਹੜੇ ਫਿਰ ਉਸ ਤੋਂ ਬਾਅਦ ਉਸ ਦੀ ਰਾਖੀ ਕੌਣ ਕਰੇਗਾ, ਉਹ ਸਾਰੀਆਂ ਚੀਜ਼ਾਂ ਉਸਨੇ ਕਰਨੀਆਂ ਸ਼ੁਰੂ ਕੀਤੀਆਂ। ਉਸ ਤੋਂ ਗਾਂ ਸਿਰਫ ਅੱਗੇ ਸਾਰੇ ਨਾਮ ਆਉਂਦੇ ਆ, ਲੇਕਿਨ ਉਸ ਤੋਂ ਬਾਅਦ ਉਸਨੇ ਕੱਲੇ ਕੱਲਿਆਂ ਦਾ ਉਸਨੇ ਫੇਰ ਕੱਲੇ ਕੰਮ ਨੂੰ ਕੀਤਾ। ਸੋ ਆਓ ਅਸੀਂ ਦੇਖਾਂਗੇ 24ਵਾਂ ਹਿੱਸਾ। ਅਗਰ ਤੁਸੀਂ ਗਾਂ ਨਾਮ ਪੜ੍ਹਨੇ ਆ ਤਾਂ ਤੁਸੀਂ ਉਸਨੂੰ ਇਹਨਾਂ ਨੂੰ ਦੇਖ ਸਕਦੇ ਇਹਨਾਂ ਚੈਪਟਰਾਂ ਨੂੰ, ਪਰ ਸਾਡੇ ਕੋਲ ਇੰਨਾ ਟਾਈਮ ਨਹੀਂ ਕਿ ਅਸੀਂ ਇਹਨਾਂ ਸਾਰੇ ਚੈਪਟਰਾਂ ਨੂੰ ਦੇਖ ਸਕੀਏ। ਮੈਂ ਪਰ ਜ਼ਰੂਰ ਕਹੂੰਗਾ ਕਿ ਚੈਪਟਰ 21 ਤੋਂ ਲੈ ਕੇ ਤੇ ਚੈਪਟਰ ਇਸ ਦਾ ਜਿਹੜਾ ਹੈਗਾ ਆ 29 ਤੱਕ ਆਪਣੇ ਆਪ ਜ਼ਰੂਰ ਪੜ੍ਹਿਓ ਇੱਕ ਵਾਰੀ, ਕਿਉਂਕਿ ਇਹ ਦਾਊਦ ਦੇ ਉਹ ਵੱਡੇ ਕੰਮ ਆ ਜਿਹੜੇ ਦਾਊਦ ਨੇ ਕਰਕੇ ਛੱਡ ਕੇ ਗਿਆ ਸੀ। ਸੋ ਆਓ ਹੁਣ ਅਸੀਂ ਦੇਖੀਏ 24ਵਾਂ ਉਸਦੀ 1 ਤੋਂ ਲੈ ਕੇ 6 ਆਇਤ ਤੱਕ, ਜਿਸ ਨੂੰ ਮਿਲ ਪੁਰੋਹਿਤਾਂ ਦੇ ਕੰਮ। ਹਰੋਨ ਦੇ ਵੰਸ਼ ਦੇ ਇਹ ਵੱਖ-ਵੱਖ ਦਲ ਸਨ। ਹਰੋਨ ਦੇ 4 ਪੁੱਤਰ ਸਨ, ਨਦਾਬ, ਅਬੀਹੂ, ਅਲ-ਆਜ਼ਾਰ ਤੇ ਇਥਮਾਰ। ਨਦਾਬ ਤੇ ਅਬੀਹੂ ਆਪਣੇ ਪਿਤਾ ਦੀ ਮੌਤ ਤੋਂ ਪਹਿਲਾਂ ਹੀ ਮਰ ਗਏ ਸਨ ਅਤੇ ਉਹਨਾਂ ਦੀ ਕੋਈ ਸੰਤਾਨ ਨਹੀਂ ਸੀ। ਸੋ ਅਲ-ਆਜ਼ਾਰ ਤੇ ਇਥਮਾਰ ਹੀ ਪੁਰੋਹਿਤ ਬਣੇ। ਰਾਜਾ ਦਾਊਦ ਨੇ ਹਾਰੂਨ ਦੇ ਵੰਸ਼ ਦੇ ਲੋਕਾਂ ਨੂੰ ਉਹਨਾਂ ਦੇ ਕੰਮਾਂ ਅਨੁਸਾਰ ਦਲਾਂ ਵਿੱਚ ਵੰਡ ਦਿੱਤਾ। ਉਸ ਦੀ ਇਸ ਕੰਮ ਵਿੱਚ ਅਲ-ਆਜ਼ਾਰ ਦੇ ਵੰਸ਼ ਦੇ ਸਦੋਕ ਅਤੇ ਇਥਮਾਰ ਦੇ ਵੰਸ਼ ਅਹੀਮਲਕ ਨੇ ਮਦਦ ਕੀਤੀ ਸੀ। ਅਲ-ਆਜ਼ਾਰ ਦੇ ਵੰਸ਼ ਦੇ ਆਦਮੀਆਂ ਦੀ ਗਿਣਤੀ ਇਥਮਾਰ ਦੇ ਵੰਸ਼ ਦੇ ਆਦਮੀਆਂ ਨਾਲੋਂ ਵੱਧ ਸੀ। ਇਸ ਲਈ ਅਲ-ਆਜ਼ਾਰ ਦੇ ਵੰਸ਼ ਦੇ ਲੋਕਾਂ ਦੇ 16 ਦਲ ਬਣੇ ਅਤੇ ਇਥਮਾਰ ਦੇ ਵੰਸ਼ ਦੇ ਕੇਵਲ 8 ਹੀ ਦਲ ਬਣੇ ਸਨ। ਅਲ-ਆਜ਼ਾਰ ਤੇ ਇਥਮਾਰ ਦੇ ਵੰਸ਼ ਮੰਦਰ ਦੇ ਅਧਿਕਾਰੀ ਅਤੇ ਆਤਮਕ ਕੰਮ ਦੇ ਅਧਿਕਾਰੀ ਦੋਵੇਂ ਸਨ, ਇਸ ਲਈ ਉਹਨਾਂ ਦੇ ਕੰਮ ਵੀ ਵੰਡ ਗੁਣਾ ਪਾ ਕੇ ਕੀਤੀ ਗਈ ਸੀ। ਅਲ-ਆਜ਼ਾਰ ਤੇ ਇਥਮਾਰ ਦੇ ਵੰਸ਼ ਦੇ ਲੋਕਾਂ ਨੇ ਵਾਰੀ-ਵਾਰੀ ਗੁਣਾ ਪਾਇਆ, ਜਿਸ ਦਾ ਲੇਖਾ ਲੇਵੀਆਂ ਦੇ ਲੇਖਕ ਨਥਾਨੀਅਲ ਦੇ ਪੁੱਤਰ ਸ਼ਮਆਜ ਨੇ ਰੱਖਿਆ ਸੀ। ਰਾਜਾ ਦਰਬਾਰੀ ਪੁਰੋਹਿਤ ਸਦੋਕ, ਅਬੀਆਥਾਰ ਦਾ ਪੁੱਤਰ ਅਹੀਮਲਕ ਪੁਰੋਹਿਤਾਂ ਦੇ ਟੱਬਰਾਂ ਦੇ ਆਗੂ ਅਤੇ ਲੇਵੀਆਂ ਦੇ ਟੱਬਰਾਂ ਦੇ ਆਗੂ ਇਸ ਸਭ ਲਈ ਗਵਾਹ ਸਨ। ਇੱਥੇ ਤੱਕ ਠੀਕ ਆ। ਅਗਰ ਹੁਣ ਅਸੀਂ ਇਸ ਤੋਂ ਬਾਅਦ ਜਾ ਕੇ ਸਾਰੇ ਨਾਮ ਆਉਣੇ ਆ, ਕਿਹਨੂੰ ਕਿਹੜੀ ਜੌਬ ਦਿੱਤੀ ਗਈ, ਕਿਹਨੂੰ ਕਿਹੜੀ ਜੌਬ ਦਿੱਤੀ ਗਈ। ਅਸੀਂ ਲੂਕਾ ਦੇ ਵਿੱਚ ਜਿਸ ਵੇਲੇ ਪੜ੍ਹਦੇ ਹਾਂ ਤੇ ਜਿਸ ਵੇਲੇ ਜ਼ਕਰਿਆ ਪ੍ਰਭੂ ਦੇ ਅੱਗੇ ਉਸ ਬਲੀ ਚੜਾਉਣ ਦੇ ਲਈ ਗਿਆ ਤੇ ਗੁਣੇ ਪਾ ਕੇ ਉਸ ਦਾ ਨਾਮ ਕੱਢਿਆ ਗਿਆ। ਦੈਟ ਇਜ਼ ਦਾ ਪਲੇਸ। ਇਹ ਦਾਊਦ ਇਹ ਸਾਰੀਆਂ ਚੀਜ਼ਾਂ ਸੈੱਟ ਕਰਕੇ ਗਿਆ ਸੀ ਕਿ ਜੇ ਇਸ ਸਾਲ ਮੰਨ ਲਓ ਕਿ ਪ੍ਰਾਜਗਤਾਰ ਦਾ ਗੁਣਾ ਨਿਕਲ ਆਇਆ ਤੇ ਅਗਲੇ ਸਾਲ ਦੀ ਜਿਹੜੀ ਟੋਕਰੀ ਹੋਣੀ ਹੈ ਉਹਦੇ ਵਿੱਚ ਉਹਦਾ ਨਾਮ ਨਹੀਂ ਪਾਇਆ ਜਾਣਾ, ਅਗਲੇ ਸਾਲ ਦੇ ਵਿੱਚ ਉਹਦਾ ਨਾਮ ਨਹੀਂ ਪਾਇਆ ਜਾਣਾ, ਕਿਉਂਕਿ ਉਸਨੇ ਆਪਣਾ ਕੰਮ ਆਲਰੇਡੀ ਕਰ ਦਿੱਤਾ ਹੈ। ਲੇਕਿਨ ਉਸ ਤੋਂ ਬਾਅਦ ਫਿਰ ਜਿੱਦਾਂ ਉਹ ਤਾਂ ਕਿ ਸਾਰਿਆਂ ਨੂੰ ਵਾਰੀ ਸਿਰ ਉਹਨਾਂ ਦਾ ਜਿਹੜਾ ਕੰਮ ਆ ਜੋ ਪੁਰੋਹਿਤ ਹਾਰੂਨ ਨੂੰ ਪ੍ਰਭੂ ਨੇ ਦਿੱਤਾ ਸੀ, ਉਹਦਾ ਘਰਾਨਾ ਸਾਰੇ ਦਾ ਸਾਰਾ ਘਰਾਨਾ ਉਸ ਕੰਮ ਦੇ ਵਿੱਚ ਰਹੇ ਔਰ ਪ੍ਰਭੂ ਨੂੰ ਬਰਕਤ ਦਿੰਦਾ ਰਹੇ। ਸੋ ਇੱਥੇ ਅਸੀਂ ਇਹ ਚੀਜ਼ ਦੇਖਦੇ ਪਏ ਹਾਂ ਔਰ ਇਹ ਵੀ ਦਾਊਦ ਸਾਰਾ ਕੁਛ ਸੈੱਟ ਕਰਕੇ ਫਿਰ ਗਿਆ ਸੀ। ਸੋ ਆਓ ਹੁਣ ਅਸੀਂ ਦੇਖੀਏ 25ਵਾਂ ਚੈਪਟਰ, ਉਸ ਦੀ 1 ਆਇਤ ਤੋਂ ਲੈ ਕੇ ਅਸੀਂ 8 ਆਇਤ ਤੱਕ ਦੇਖਾਂਗੇ, ਜਿਸ ਨੂੰ ਮਿਲਦਾ ਪੜ੍ਹਦੇ ਹਾਂ ਜੀ। ਮੰਦਰ ਦੇ ਸੰਗੀਤਕਾਰ। ਰਾਜਾ ਦਾਊਦ ਅਤੇ ਲੇਵੀਆਂ ਦੇ ਆਗੂਆਂ ਨੇ ਇਹਨਾਂ ਕੁੱਲਾਂ ਦੇ ਆਦਮੀਆਂ ਨੂੰ
ਆਰਾਧਨਾ ਵਿੱਚ ਅਗਵਾਈ ਕਰਨ ਦੇ ਲਈ ਚੁਣਿਆ। ਅਸਾਫ, ਹੇਮਾਨ ਤੇ ਜਦੂਥੂਨ, ਉਹਨਾਂ ਦਾ ਕੰਮ ਬਰਬਤਾਂ ਤੇ ਸ਼ੈਣਿਆਂ ਦੇ ਸੰਗੀਤ ਨਾਲ ਪਰਮੇਸ਼ਰ ਦਾ ਸੰਦੇਸ਼ ਸੁਣਾਉਣਾ ਸੀ। ਇਹ ਉਹਨਾਂ ਆਦਮੀਆਂ ਦੀ ਸੂਚੀ ਹੈ ਜੋ ਆਰਾਧਨਾ ਦੇ ਵੱਖ-ਵੱਖ ਕੰਮਾਂ ਵਿੱਚ ਅਗਵਾਈ ਕਰਨ ਲਈ ਚੁਣੇ ਗਏ ਸਨ। ਅਸਾਫ ਦੇ 4 ਪੁੱਤਰ ਜ਼ਕੂਰ, ਯੂਸਫ, ਨਥਾਨ ਤੇ ਅਸ਼ੇਰਲਾ, ਇਹ ਚਾਰੇ ਆਪਣੇ ਪਿਤਾ ਅਸਾਫ ਦੀ ਅਗਵਾਈ ਵਿੱਚ ਸੇਵਾ ਦਾ ਕੰਮ ਕਰਦੇ, ਜੋ ਰਾਜਾ ਦੀ ਆਗਿਆ ਅਨੁਸਾਰ ਪਰਮੇਸ਼ਰ ਦਾ ਸੰਦੇਸ਼ ਦਿੰਦਾ ਸੀ। ਜਦੂਥੂਨ ਦੇ 6 ਪੁੱਤਰ ਗਦਲਾਯਾ, ਸਰੀ, ਜਸ਼ਆਜਾ, ਸ਼ਿਮਈ, ਹਸ਼ਜਾ ਅਤੇ ਮਤਤਜਾ, ਇਹ ਸਭ ਆਪਣੇ ਪਿਤਾ ਦੀ ਅਗਵਾਈ ਵਿੱਚ ਸੇਵਾ ਦਾ ਕੰਮ ਕਰਦੇ ਸਨ, ਜੋ ਬਰਬਤ ਦੇ ਸੰਗੀਤ ਨਾਲ ਪਰਮੇਸ਼ਰ ਦਾ ਸੰਦੇਸ਼ ਦਿੰਦਾ ਸੀ। ਹੇਮਾਨ ਦੇ 14 ਪੁੱਤਰ ਬੁਕੀਆ, ਮਤਨਯਾ, ਉਜੀਏਲ, ਸ਼ਬੂਏਲ, ਜਰੀਮੋਥ, ਹਨਾਨੀ, ਅਲੀਆਥਾ, ਗਿਦਲਤੀ, ਰੋਮਤੀ, ਅਜਰ, ਜਾਸ਼ਬਕਸ਼ਾ, ਮਲੋਥੀ, ਹੋਥੀਰ ਤੇ ਮਹਜੀਓਤ। ਹੇਮਾਨ ਰਾਜਾ ਦਾ ਨਵੀ ਸੀ। ਹੇਮਾਨ ਨੂੰ ਪਰਮੇਸ਼ਰ ਨੇ ਇਹ 14 ਪੁੱਤਰ ਅਤੇ 3 ਪੁੱਤਰੀਆਂ ਵੀ ਆਪਣੀ ਪ੍ਰਤਿਗਿਆ ਅਨੁਸਾਰ ਦਿੱਤੀਆਂ ਸਨ ਕਿ ਉਹ ਉੱਚਾ ਹੋਵੇ। ਹੇਮਾਨ ਦੇ ਪੁੱਤਰ ਉਸ ਦੀ ਅਗਵਾਈ ਵਿੱਚ ਮੰਦਰ ਦੀ ਆਰਾਧਨਾ ਸਮੇਂ ਸ਼ੈਣੇ ਤੇ ਬਰਬਤਾਂ ਬਚਾਉਂਦੇ ਸਨ। ਅਸਾਫ, ਜਦੂਥੂਨ ਤੇ ਹੇਮਾਨ ਰਾਜਾ ਦੀ ਅਗਵਾਈ ਵਿੱਚ ਸਨ। ਇਹ ਸਭ 24 ਆਦਮੀ ਆਪਣੇ ਕੰਮ ਵਿੱਚ ਮਾਹਰ ਸਨ ਤੇ ਉਹਨਾਂ ਦੇ ਹੋਰ ਲੇਵੀ ਸੰਗੀ ਵੀ ਚੰਗੇ ਸੰਗੀਤਕਾਰ ਸਨ। ਇਹਨਾਂ ਸਭ ਦੀ ਕੁੱਲ ਗਿਣਤੀ 228 ਸੀ, ਪਰ ਇਹ ਸਭ ਆਪਣੇ ਕੰਮ ਦੀ ਵਾਰੀ ਲਈ ਗੁਣਾ ਪਾਉਂਦੇ ਸਨ। ਇਹ ਢੰਗ ਸਭ ਵੱਡੇ ਜਾਂ ਛੋਟੇ, ਗੁਰੂ ਜਾਂ ਚੇਲੇ ਆਦਿ ਵਾਰੀ ਮਿਥਣ ਲਈ ਵਰਤਿਆ ਜਾਂਦਾ ਸੀ। ਇਹ ਤਾਂ ਤੁਹਾਨੂੰ ਮੈਂ ਤਾਂ ਪੜ੍ਹ ਲੈਣ ਦਿੱਤੇ ਆ ਕਿਉਂਕਿ ਅਸੀਂ ਬਹੁਤ ਸਾਰੇ ਜਿਹੜੇ ਜ਼ਬੂਰ ਆ, ਪ੍ਰਭੂ ਦੇ ਜਿਹੜੇ ਭਜਨ ਆ, ਜਿਨ੍ਹਾਂ ਨੂੰ ਅਸੀਂ ਨਹੀਂ ਪੜ੍ਹਿਆ, ਉਹ ਦਾਊਦ ਨੇ ਨਹੀਂ ਲਿਖੇ, ਉਹ ਅਸਾਫ ਦੇ ਕੁੱਲ ਨੇ ਲਿਖਿਓ ਆ, ਉਹ ਇਹਨਾਂ ਦੇ ਕੁੱਲਾਂ ਨੇ ਲਿਖਿਓ ਆ। ਤੁਸੀਂ ਜੇਕਰ ਦੇਖੋਗੇ ਤਾਂ ਉੱਥੇ ਫਿਰ ਉਹਨਾਂ ਦੇ ਨਾਮ ਆਉਣੇ ਸ਼ੁਰੂ ਹੋ ਜਾਂਦੇ ਆ। ਸੋ ਕਈ ਵਾਰ ਏਦਾਂ ਵੀ ਹੁੰਦਾ ਕਿ ਦਾਊਦ ਦਾ ਭਜਨ ਜੋ ਅਸਾਫ ਦੇ ਕਬੀਲੇ ਨੇ ਕੁੱਲ ਦੇ ਸੰਗੀਤਕਾਰਾਂ ਨੇ ਗਾਇਆ। ਠੀਕ, ਹੁਣ ਸੋ ਉਹ ਚੀਜ਼ਾਂ ਵੀ ਹੁਣ ਕਲੀਅਰ ਹੋਣੀਆਂ ਸ਼ੁਰੂ ਹੋ ਗਈਆਂ ਕਿ ਉਹ ਲੋਕ ਕੌਣ ਸੀਗੇ। ਉਹ ਇਹ ਲੋਕ ਸੀਗੇ। ਤੁਸੀਂ ਦੇਖਿਆ ਕਿੱਦਾਂ ਜੇ ਸਾਊਲ ਤੋਂ ਪ੍ਰਭੂ ਨੇ ਆਪਣਾ ਰਾਜ ਖੋਹ ਕੇ ਦਾਊਦ ਨੂੰ ਦਿੱਤਾ ਤੇ ਦਾਊਦ ਨੇ ਬੇਸ਼ੱਕ ਜੰਗਾਂ ਵੀ ਖੂਬ ਕੀਤੀਆਂ, ਲੇਕਿਨ ਸਾਊਲ ਨੇ ਜਿਹੜਾ ਪ੍ਰਭੂ ਦਾ ਜਿਹੜਾ ਟੈਬਰਨੈਕਲ ਸੀਗਾ, ਜਿਹੜਾ ਪ੍ਰਭੂ ਦਾ ਤੰਬੂ ਸੀਗਾ, ਉਹਦੇ ਵੱਲ ਧਿਆਨ ਹੀ ਨਹੀਂ ਦਿੱਤਾ। ਤੇ ਦਾਊਦ ਕਹਿੰਦਾ ਮੇਰਾ ਪ੍ਰਭੂ ਤੰਬੂ 'ਚ ਬੈਠਾ, ਮੈਂ ਮਹਿਲ 'ਚ ਬੈਠਾ ਤੇ ਉਹ ਤੰਬੂ 'ਚ ਬੈਠਾ। ਇੱਕਦਮ ਹੋ ਸਕਦਾ। ਉਸਦੇ ਨਾਲ ਉਸਨੇ ਇਹੋ ਹੀ ਨਹੀਂ ਧਿਆਨ ਕੀਤਾ ਕਿ ਇੱਕ ਬਿਲਡਿੰਗ ਬਣੇ। ਦੇਖੋ ਨਾਲ ਕਿੱਦਾਂ ਦੇ ਕੰਮ ਕਰਦਾ ਪਿਆ, ਕਿੱਦਾਂ ਉਹ ਤਿਆਰੀਆਂ ਕਰਦਾ ਪਿਆ। ਪ੍ਰਭੂ ਯਿਸੂ ਮਸੀਹ ਦੇ ਆਉਣ ਤੱਕ ਅਸੀਂ ਇਹ ਸਾਰੀਆਂ ਚੀਜ਼ਾਂ ਇਸੇ ਤਰ੍ਹਾਂ ਲਾਗੂ ਹੁੰਦੀਆਂ ਮੰਦਰ ਦੇ ਵਿੱਚ ਦੇਖਦੇ ਸੀ। ਏਦਾਂ ਹੀ ਗੁਣੇ ਪਾਏ ਜਾਂਦੇ ਸੀ, ਏਦਾਂ ਹੀ ਪ੍ਰਭੂ ਦੀ ਵਾਰੀ ਸਿਰ ਕੰਮ ਕੀਤਾ ਜਾਂਦਾ ਸੀ। ਲੂਕਾ ਦੀ ਜਿਹੜੀ ਪੋਥੀ ਆ ਉਹ ਉਸਨੂੰ ਖੋਲਦੀ ਹੈ, ਜਿਸ ਦੱਸਿਆ ਗਿਆ ਕਿ ਸਾਡੇ ਦਿਮਾਗ 'ਚ ਤਾਂ ਇਹ ਕਿ ਹਾਈ ਪ੍ਰੀਸਟ ਤੋਂ ਸਾਰੇ ਕੰਮ ਕਰਦਾ, ਨਹੀਂ, ਇਸ ਤਰੀਕੇ ਦੇ ਨਾਲ ਉਹ ਕੰਮ ਕੀਤੇ ਜਾਂਦੇ ਸੀ ਕਿਉਂਕਿ ਦਾਊਦ ਉਹਨਾਂ ਨੂੰ ਇੱਕ ਵੱਖਰੇ ਤਰੀਕੇ ਦੇ ਨਾਲ ਸੈੱਟ ਕਰਕੇ ਗਿਆ ਸੀ ਔਰ ਉਸੇ ਤਰੀਕੇ ਦੇ ਨਾਲ ਮੰਦਰ ਦਾ ਕੰਮ ਸਾਰੇ ਚੱਲਦੇ ਰਹੇ। ਪਰ ਦੇਖੋ ਮੰਦਰ ਹਾਲੇ ਬਣਿਆ ਨਹੀਂ, ਤਿਆਰੀਆਂ ਦੇਖੋ ਕਿੱਦਾਂ ਹੋ ਰਹੀਆਂ, ਹਰ ਇੱਕ ਚੀਜ਼ ਦੀ ਤਿਆਰੀ ਹੋ ਰਹੀ ਹੈ। 26ਵਾਂ ਭਾਗ ਦੇ ਵਿੱਚ ਆ ਜਾਓ, ਉਸਦੀ 12 ਤੋਂ ਲੈ ਕੇ ਅਸੀਂ 19 ਆਇਤ ਤੱਕ ਪੜਾਂਗੇ ਕਿਉਂਕਿ ਇਸ ਦੇ ਜਿਹੜੇ ਨਾਮ ਆ ਉਹ ਪਹਿਲਾਂ ਦੇ ਦਿੱਤੇ ਗਏ। ਸੋ ਇੱਥੇ ਜਿਹੜਾ ਖਜ਼ਾਨਾ, ਬਾਕੀ ਦੀਆਂ ਚੀਜ਼ਾਂ, ਉਹਦੇ ਬਾਰੇ ਸਾਨੂੰ ਪਤਾ ਲੱਗੇਗਾ ਜੋ ਦਾਊਦ ਕਰਕੇ ਗਿਆ, ਜਿਸ ਨੂੰ ਮਿਲ ਜਾਏ। 12 ਆਇਤ ਤੋਂ ਲੈ ਕੇ ਅਸੀਂ 19 ਆਇਤ ਤੱਕ ਜਿਹੜੀਆਂ ਪਹਿਲੀਆਂ ਆਇਤਾਂ ਆ, ਜਿਹੜੇ ਨਾਮ ਤੁਸੀਂ ਆਪ ਪੜ੍ਹ ਲਓ, ਗਾਂ ਵੀ ਨਾਮ ਆਉਣੇ ਆ ਲੇਕਿਨ ਇਹ ਕੰਮਾਂ ਦੇ ਨਾਲ ਜੁੜਿਓ। ਮੰਦਰ ਦੇ ਪਹਿਰੇਦਾਰਾਂ ਨੂੰ ਟੱਬਰਾਂ ਅਨੁਸਾਰ ਦਲਾਂ ਵਿੱਚ ਵੰਡਿਆ ਗਿਆ ਸੀ। ਉਹਨਾਂ ਨੂੰ ਮੰਦਰ ਦੇ ਪਹਿਰੇ ਦਾ ਕੰਮ ਉਸੇ ਤਰ੍ਹਾਂ ਦਿੱਤਾ ਗਿਆ ਸੀ ਜਿਸ ਤਰ੍ਹਾਂ ਬਾਕੀ ਦੇ ਲੇਵੀਆਂ ਨੂੰ ਮਿਲਿਆ ਸੀ। ਹਰ ਵੱਡੇ ਛੋਟੇ ਟੱਬਰਾਂ ਨੂੰ ਬਰਾਬਰ ਕੰਮ ਗੁਣੇ ਨਾਲ ਦਿੱਤਾ ਜਾਂਦਾ ਸੀ ਤੇ ਕਿ ਉਹ ਕਿਸ ਫਾਟਕ ਦੇ ਜ਼ਿੰਮੇਵਾਰ ਹਨ। ਸ਼ਲਮਯਾਹ ਦਾ ਗੁਣਾ ਪੂਰਬੀ ਫਾਟਕ ਲਈ ਨਿਕਲਿਆ ਅਤੇ ਉਸ ਦਾ ਪੁੱਤਰ
ਜ਼ਕਰਿਆ ਜੋ ਇੱਕ ਚੰਗਾ ਸਲਾਹਕਾਰ ਸੀ ਦਾ ਗੁਣਾ ਉੱਤਰ ਵੱਲ ਦੇ ਫਾਟਕ ਦਾ ਨਿਕਲਿਆ ਸੀ। ਓਬੇਦ ਅਦੋਮ ਦਾ ਗੁਣਾ ਦੱਖਣੀ ਫਾਟਕ ਲਈ ਅਤੇ ਉਸਦੇ ਪੁੱਤਰਾਂ ਨੂੰ ਭੰਡਾਰਾਂ ਦੀ ਦੇਖਭਾਲ ਲਈ। ਸਪੀ ਤੇ ਹੁਸਾ ਦਾ ਗੁਣਾ ਪੱਛਮ ਵੱਲ ਸ਼ਕਲਤ ਦੇ ਫਾਟਕ ਲਈ ਨਿਕਲਿਆ ਜੋ ਉੱਪਰ ਵੱਲ ਜਾਂਦੀ ਸੜਕ ਨਾਲ ਲੱਗਦਾ ਸੀ। ਹਰ ਦਿਨ ਪੂਰਬ ਵੱਲ 6 ਪਹਿਰੇਦਾਰ ਖੜੇ ਹੁੰਦੇ ਸਨ। ਉੱਤਰ ਤੇ ਦੱਖਣ ਵੱਲ 4 ਅਤੇ ਭੰਡਾਰਾਂ ਦੇ ਲਈ ਅਰਥਾਤ ਹਰ ਭੰਡਾਰ ਦੇ ਲਈ 2-2 ਪਹਿਰੇਦਾਰ ਹਰ ਦਿਨ ਖੜੇ ਹੁੰਦੇ ਸਨ। ਪੱਛਮੀ ਪਾਸੇ ਥੰਮਾਂ ਵਾਲੇ ਬਰਾਂਡੇ ਲਈ 4 ਪਹਿਰੇਦਾਰ ਸਨ। 2 ਸੜਕ ਵੱਲ ਖੜੇ ਹੁੰਦੇ ਸਨ ਤੇ 2 ਬਰਾਂਡੇ ਦੇ ਕੋਲ। ਸੋ ਕੋਰਾ ਤੇ ਮਰਾਰੀ ਦੀਆਂ ਕੁੱਲਾਂ ਦੇ ਪਹਿਰੇਦਾਰਾਂ ਦੇ ਹਿੱਸੇ ਇਹ ਕੰਮ ਆਏ ਸਨ। ਪੜ੍ਹਨਾ ਕਹਾਂ ਪਾਸਟਰ? ਅਸੀਂ ਇੱਥੇ ਤੱਕ ਠੀਕ ਆ। ਉਸ ਤੋਂ ਗਾਂਹ ਜਾ ਕੇ ਮੰਦਿਰ ਦੇ ਜਿਹੜੇ ਦੂਜੇ ਕੰਮ ਆ ਉਸ ਦੀ ਸਾਂਭ ਸੰਭਾਲ ਜਿਹੜੀ ਹੈਗੀ ਆ ਉਹ ਸਾਰੀ ਦੱਸੀ ਗਈ ਆ। ਇਹ ਤੁਸੀਂ ਆਪ ਪੜ੍ਹ ਸਕਦੇ ਆ। ਲੇਕਿਨ ਅਸੀਂ ਉਸ ਤੋਂ ਬਾਅਦ ਸਿਰਫ ਇਹੋ ਹੀ ਨਹੀਂ, ਦਾਊਦ ਨੇ ਸੈਨਾ ਦੇ ਕੰਮ ਨੂੰ ਵੀ ਸੈਨਾ ਦੇ ਕੰਮ ਨੂੰ ਵੀ ਐਨ ਪੂਰੀ ਤਰ੍ਹਾਂ ਕਰਕੇ ਗਿਆ, ਸੈੱਟ ਕਰਕੇ ਗਿਆ ਤਾਂ ਕਿ ਉਹਦਾ ਜਿਹੜਾ ਪੁੱਤਰ ਆ ਉਹ ਆਪਣਾ ਧਿਆਨ ਮੰਦਿਰ ਦੇ ਵਿੱਚ ਬਣਾਉਣ ਦੇ ਵਿੱਚ ਲਾ ਸਕੇ। ਉਹਦੇ ਉੱਤੇ ਬਾਕੀ ਦੀਆਂ ਜ਼ਿੰਮੇਵਾਰੀਆਂ ਇੰਨੀਆਂ ਜ਼ਿਆਦੀਆਂ ਨਾ ਹੋਣ। ਸੋ ਅਗਰ ਅਸੀਂ 25ਵਾਂ ਭਾਵ ਜਿਸ ਤੇ ਦੇਖਦੇ ਹਾਂ ਤੇ ਉਸਨੇ ਅਧਿਕਾਰੀਆਂ ਦੇ ਕੰਮ ਉਹਨਾਂ ਨੂੰ ਦੇ ਦਿੱਤੇ। ਇੱਥੇ ਤੱਕ ਕਿ ਜਿਸਲੇ ਅਸੀਂ 16ਵੀਂ ਆਇਤ ਦੇ ਉੱਤੇ ਆਉਂਦੇ ਹਾਂ, ਉਸਨੇ ਹਰੇਕ ਕਬੀਲੇ ਦੇ ਉੱਤੇ ਉਸਨੇ ਸਾਰੇ ਦੇਸ਼ ਨੂੰ ਬੇਸਿਕਲੀ 13 ਹਿੱਸਿਆਂ ਦੇ ਵਿੱਚ ਵੰਡ ਦਿੱਤਾ ਔਰ ਹਰੇਕ ਕਬੀਲੇ ਦੇ ਉੱਤੇ ਉਸਨੇ ਇੱਕ ਬੰਦਾ ਸੈੱਟ ਕਰ ਦਿੱਤਾ ਔਰ ਉਸਦੇ ਨਾਲ ਉਸਨੇ ਸਾਰਾ ਦੇਸ਼ ਦਾ ਕੰਮ ਸੰਭਾਲਿਆ ਔਰ ਇਹ ਪ੍ਰਭੂ ਦੀ ਵੱਡੀ ਰਹਿਮ ਸੀ। ਇੱਕ ਮਿੰਟ ਰੁਕੋਗੇ? ਸੈਮੂਅਲ, hey Samuel, somebody is on the door. ਸੋ ਜਿਸ ਵੇਲੇ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਇਸ ਨੂੰ ਦੇਖਦੇ ਪਏ ਹਾਂ ਤੇ ਅਸੀਂ ਇਹ ਦੇਖਦੇ ਪਏ ਕਿ ਕਿਸ ਤਰ੍ਹਾਂ ਦਾਊਦ ਨੇ ਸਾਰੀਆਂ ਚੀਜ਼ਾਂ ਨੂੰ ਉਹਨਾਂ ਦੀਆਂ ਜਗ੍ਹਾਵਾਂ ਦੇ ਉੱਤੇ ਸੈੱਟ ਕੀਤਾ। ਹੁਣ ਤੁਸੀਂ ਇਹ ਦੇਖਿਓ, ਜਾਨਵਰਾਂ ਦੇ ਕੰਮਾਂ ਤੱਕ ਉਸਨੇ ਇਹ ਸਾਰੀਆਂ ਚੀਜ਼ਾਂ ਸੈੱਟ ਕੀਤੀਆਂ। ਸੋ ਅਗਰ ਤੁਸੀਂ ਇਸ ਨੂੰ 23 ਆਇਤ ਤੋਂ ਲੈ ਕੇ ਇਸ ਨੂੰ ਮੇਰੇ ਨਾਲ ਜਿਹੜੀ ਹੈਗੀ ਆ ਇਹ ਅਸੀਂ ਪੜਾਂਗੇ 23 ਤੋਂ 31 ਤੱਕ, ਜਿਸ ਨੂੰ ਮਿਲ ਜਾਏ ਉਹ ਪੜਦਾ ਹੈ। ਫਿਰ ਉਸ ਤੋਂ ਬਾਅਦ ਅਸੀਂ ਦੁਆ ਕਰਾਂਗੇ। ਅਮਰਾ, ਜਿਸਹਾਰ, ਹਬਰੋਨ ਤੇ ਉਜੀਏਲ ਦੀ ਸੰਤਾਨ ਨੂੰ ਵੀ ਉਹਨਾਂ ਦੇ ਕੰਮ ਸੌਂਪੇ ਗਏ ਸਨ। ਮੂਸਾ ਦੇ ਵੰਸ਼ ਅਸੀਂ 27ਵੇਂ ਭਾਵ ਦੇ ਵਿੱਚ ਆ ਗਏ। 27ਵੇਂ ਭਾਵ ਦੇ ਵਿੱਚ ਹੁਣ ਅਸੀਂ ਆ ਗਏ 13 ਆਇਤ। ਹਾਂ, ਸੋ 27ਵੇਂ ਕਿਹੜੀ ਅਸੀਂ 23 ਤੋਂ ਲੈ ਕੇ ਇਸ ਦੀ 31 ਤੱਕ, ਜਿੱਥੇ ਉਹ ਕੁੱਤਿਆਂ ਦਾ, ਭੇਡਾਂ, ਬੱਕਰੀਆਂ ਦਾ ਜਿਹੜਾ ਸਾਰਾ ਕੰਮ ਉਹ। ਹਾਂਜੀ, ਦਾਊਦ ਨੇ ਉਹਨਾਂ ਜਵਾਨਾਂ ਦੀ ਗਿਣਤੀ ਨਹੀਂ ਕੀਤੀ ਸੀ ਜਿਨ੍ਹਾਂ ਦੀ ਉਮਰ 20 ਸਾਲ ਤੋਂ ਘੱਟ ਸੀ, ਕਿਉਂਕਿ ਪ੍ਰਭੂ ਨੇ ਵਚਨ ਦਿੱਤਾ ਸੀ ਕਿ ਉਹ ਇਜ਼ਰਾਈਲੀ ਲੋਕਾਂ ਦੀ ਜਨਸੰਖਿਆ ਆਕਾਸ਼ ਦੇ ਤਾਰਿਆਂ ਵਾਂਗ ਅਣਗਿਣਤ ਵਧਾਵੇਗਾ। ਸਰੂਯਾ ਦੇ ਪੁੱਤਰ ਜੋਆਬ ਨੇ ਜਨਗਣਨਾ ਦਾ ਕੰਮ ਸ਼ੁਰੂ ਕੀਤਾ ਸੀ, ਪਰ ਉਸਨੇ ਸਮਾਪਤ ਨਹੀਂ ਕੀਤਾ ਸੀ। ਪਰਮੇਸ਼ਰ ਇਸ ਜਨਗਣਨਾ ਦੇ ਕਾਰਨ ਇਜ਼ਰਾਈਲ ਉੱਤੇ ਕ੍ਰੋਧਿਤ ਹੋਇਆ ਸੀ, ਇਸ ਲਈ ਰਾਜਾ ਦਾਊਦ ਦੇ ਸ਼ਾਹੀ ਇਤਿਹਾਸ ਵਿੱਚ ਇਸ ਜਨਗਣਨਾ ਦਾ ਹਿਸਾਬ ਨਹੀਂ ਲਿਖਿਆ ਗਿਆ ਸੀ। ਸ਼ਾਹੀ ਧਨਮਾਲ ਦੇ ਪ੍ਰਬੰਧਕ ਇਸ ਨੂੰ ਜ਼ਰੂਰ ਪੜ੍ਹ ਦਿਓ। ਹਾਂਜੀ, ਇਹ ਉਹਨਾਂ ਦੀ ਸੂਚੀ ਹੈ ਜੋ ਸ਼ਾਹੀ ਧਨਮਾਲ ਦਾ ਪ੍ਰਬੰਧ ਕਰਦੇ ਸਨ। ਸ਼ਾਹੀ ਭੰਡਾਰਾਂ ਦਾ ਅਜਮਾਵਤ ਅਦੀਏਲ ਦਾ ਪੁੱਤਰ, ਸ਼ਹਿਰ ਦੇ ਨਗਰਾਂ ਦੇ ਭੰਡਾਰਾਂ ਦਾ ਯੋਨਾਥਾਨ ਉਜੀਆ ਦਾ ਪੁੱਤਰ, ਖੇਤੀਬਾੜੀ ਦਾ ਅਜਰੀ ਕਲੂਦ ਦਾ ਪੁੱਤਰ, ਅੰਗੂਰੀ ਬਾਗਾਂ ਦਾ ਸ਼ਮਈ ਰਮਾਥ ਨਿਵਾਸੀ, ਅੰਗੂਰੀ ਪੈਦਾਵਾਰ ਤੇ ਰਸ ਦੇ ਹੁੰਦਾਂ ਦਾ ਜਬਦੀ ਸ਼ਿਫਮ ਨਿਵਾਸੀ, ਜੈਤੂਨ ਤੇ ਗੁਲਰ ਜੋ ਤਰਾਈ ਉੱਤੇ ਸਨ, ਬਾਲ ਹੰਨਿਆ ਗਦੇਰ ਨਿਵਾਸੀ, ਤੇਲ ਦੇ ਭੰਡਾਰ ਦਾ ਜੋਆਸ਼, ਸਰੋਨ ਵਿੱਚ ਚਰਨ ਵਾਲੇ ਪਸ਼ੂਆਂ ਦਾ ਸ਼ਟਰਈ ਸਾਰੋਨ ਨਿਵਾਸੀ, ਵਾਦੀਆਂ ਵਿਚਲੇ ਪਸ਼ੂਆਂ ਦਾ ਸ਼ਫਾਟ ਅਦਲਾਏ ਦਾ ਪੁੱਤਰ, ਊਠਾਂ ਦਾ ਓਬੀਲ ਇਸ਼ਮਾਇਲੀ, ਖੋਤਿਆਂ ਦਾ ਜਹਦੇਯਾ ਮੇਰੋਨ ਨਿਵਾਸੀ, ਭੇਡਾਂ ਤੇ ਬੱਕਰੀਆਂ ਦਾ
ਜਾਂ ਜੀਜ ਹਗਰੀ ਦਾਊਦ ਦੇ ਵਿਅਕਤੀਗਤ ਸਲਾਹਕਾਰ। ਹਾਂ, ਸੋ ਹੁਣ ਅਸੀਂ ਇੱਥੇ ਤੱਕ ਦੇਖੀਏ ਤਾਂ ਉਸਨੇ ਜਾਨਵਰਾਂ ਦੇ ਕੰਮਾਂ ਨੂੰ ਵੀ ਵੰਡ ਦਿੱਤਾ ਤਾਂ ਕਿ ਉਹਦੇ ਪੁੱਤਰ ਦੇ ਉੱਤੇ ਕੋਈ ਬੋਝ ਨਾ ਪਏ। ਸੋ ਪ੍ਰਭੂ ਦਾ ਮੰਦਿਰ ਦਾ ਕੰਮ ਸ਼ਾਂਤੀ ਦੇ ਨਾਲ ਉਹ ਕਰ ਸਕੇ। ਉਸਨੇ ਆਪਣੇ ਦੇਸ਼ ਦਾ ਚਾਲ ਚਲਾਉਣਾ ਜਿਹੜਾ ਸੀਗਾ ਉਸਨੂੰ ਇਸ ਢੰਗ ਦੇ ਨਾਲ ਉਹ ਸੈੱਟ ਕਰ ਗਿਆ ਕਿ ਸੁਲੇਮਾਨ ਨੂੰ ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ ਸੀ। ਉਸਦੀ ਕੋਈ ਜਵਾਬ ਸੀ ਕਿ ਪ੍ਰਭੂ ਦਾ ਮੰਦਿਰ ਬਣਾਉਣਾ, ਪ੍ਰਭੂ ਦਾ ਮੰਦਿਰ ਬਣਾਉਣਾ। Isn't that amazing? ਕਿੰਨੀ ਵੰਡਰਫੁਲ ਚੀਜ਼ ਹੈ। ਜੇ ਪ੍ਰਭੂ ਦਾ ਮੰਦਿਰ ਜਿਹੜਾ ਇੱਟਾਂ ਪੱਥਰਾਂ ਦਾ ਬਣਿਆ ਸੀ, ਉਹਦੇ ਲਈ ਦਾਊਦ ਇੰਨਾ ਕੁਛ ਕਰ ਸਕਦਾ, ਤੇ ਪ੍ਰਭੂ ਦਾ ਮੰਦਿਰ ਜਿਹੜਾ ਉਹ ਸਾਨੂੰ ਬਣਾ ਰਿਹਾ, ਤੇ ਦਾਊਦ ਦਾ ਜਿਹੜਾ ਪੁੱਤਰ ਯਿਸੂ ਜਿਸ ਨੂੰ ਦਾਊਦ ਦਾ ਪੁੱਤਰ ਕਿਹਾ ਜਾਂਦਾ, ਉਹ ਕੀ ਕੁਛ ਨਹੀਂ ਕਰੇਗਾ। ਇਹ ਸੋਚ ਕੇ ਦੇਖੋ। ਇਸ ਕਰਕੇ ਮੇਰਾ ਜਿਹੜਾ ਹਮੇਸ਼ਾ ਜਿਸਲੇ ਮੈਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੜ੍ਹਿਆ ਸੀ ਨਾ, ਤੇ ਮੇਰਾ ਧਿਆਨ ਹਮੇਸ਼ਾ ਮਸੀਹ ਦੇ ਲਈ ਹੁੰਦਾ ਕਿ ਇਹਦੇ ਵਿੱਚ ਮਸੀਹ ਕੀ ਕਰਦਾ ਪਿਆ ਔਰ ਇਹਨੂੰ ਦੇਖ ਕੇ ਮਸੀਹ ਕੀ ਕਰੇਗਾ। ਸਾਡੇ ਮੰਦਿਰ ਨੂੰ ਬਣਾਉਣ ਦੇ ਲਈ, ਇਹਨੂੰ ਸਾਫ਼ ਸੁਥਰਾ ਕਰਨ ਦੇ ਲਈ ਉਹ ਕੀ ਨਹੀਂ ਕਰੇਗਾ, ਕੀ ਨਹੀਂ ਕਰੇਗਾ। ਇਸ ਦੇ ਵਿੱਚ ਪ੍ਰਭੂ ਦੀ ਉਪਾਸਨਾ ਹੁੰਦੀ ਹੈ, ਉਸਦੇ ਨਾਮ ਨੂੰ ਚੁੱਕਿਆ ਜਾਂਦਾ। ਸੋ ਆਓ ਦੁਆ ਕਰੀਏ। ਕੱਲ ਨੂੰ ਆਪਾਂ ਸੇਮ ਟਾਈਮ ਮਿਲਾਂਗੇ ਔਰ ਇਸ ਨੂੰ ਆਪਾਂ ਅੱਗੇ ਲੈ ਕੇ ਜਾਵਾਂਗੇ। ਔਰ ਇਸ ਹਫਤੇ ਅਸੀਂ ਦਾਊਦ ਦੀ ਜ਼ਿੰਦਗੀ ਦੇ ਉੱਤੇ ਜਿਹੜੀਆਂ ਚੀਜ਼ਾਂ ਉਸਨੂੰ ਅਸੀਂ ਖਤਮ ਕਰ ਦਿਆਂਗੇ। ਫਿਰ ਉਸ ਤੋਂ ਬਾਅਦ ਅਸੀਂ ਕਿਉਂਕਿ ਆ ਰਹੀ ਹੈਗੀ ਆ ਈਸਟਰ ਆ ਰਹੀ ਆ, ਔਰ ਅਸੀਂ ਜਿਹੜੇ ਉਸ ਤੋਂ ਗਾਂ ਜਿਹੜਾ ਚੀਜ਼ਾਂ ਸਾਰੀਆਂ ਦੇਖਾਂਗੇ ਉਹ ਪ੍ਰਭੂ ਯਿਸੂ ਮਸੀਹ ਦੇ ਈਸਟਰ ਔਰ ਪ੍ਰਭੂ ਯਿਸੂ ਮਸੀਹ ਦੇ ਗੁੱਡ ਫਰਾਈਡੇ ਦੇ ਉੱਤੇ ਅਸੀਂ ਹੁਣ ਆਪਣਾ ਧਿਆਨ ਲੈ ਕੇ ਆਵਾਂਗੇ। ਔਰ ਈਸਟਰ ਤੋਂ ਬਾਅਦ ਫਿਰ ਅਸੀਂ ਬਾਈਬਲ ਸਟੱਡੀ। ਲੈਟ ਅਸ ਪ੍ਰੇ। ਪ੍ਰਭੂ ਜੀ ਤੇਰਾ ਬਹੁਤ ਸ਼ੁਕਰ ਕਰਦੇ ਹਾਂ, ਤੇਰੀ ਦਇਆ, ਤੇਰੀ ਰਹਿਮ, ਤੇਰੇ ਪਿਆਰ ਦੇ ਲਈ। ਤੂੰ ਮਹਾਨ ਪ੍ਰਭੂ ਆ, ਤੂੰ ਦਿਆਲੂ ਆ, ਕਿਰਪਾਲੂ ਆ, ਗੁੱਸਾ ਕਰਨ ਦੇ ਵਿੱਚ ਮੱਠਾ ਹੈ। ਮੇਰੇ ਪਿਆਰੇ ਪ੍ਰਭੂ, ਤੂੰ ਆਪਣੀ ਸ਼ਾਂਤੀ ਔਰ ਆਪਣੇ ਆਰਾਮ ਦੇ ਨਾਲ ਆਪਣੇ ਸਾਰੇ ਲੋਕਾਂ ਨੂੰ ਭਰ। ਤੇਰੇ ਵਚਨ ਦੇ ਵਿੱਚੋਂ ਜੋ ਪ੍ਰਭੂ ਜੀ ਅਸੀਂ ਜੋ ਕੁਛ ਲੈ ਕੇ ਜਾ ਰਹੇ ਹਾਂ ਖੁਦਾਵੰਦ, ਇਸ ਦੇ ਨਾਲ ਤੂੰ ਸਾਨੂੰ ਵੀ ਬਰਕਤ ਦੇਈਂ ਔਰ ਸਾਡਿਆਂ ਨੂੰ ਵੀ ਬਰਕਤ ਦੇਈਂ। ਔਰ ਬਹੁਤਿਆਂ ਤੱਕ ਪ੍ਰਭੂ ਜੀ ਇਸ ਨਜਾਤ ਦੀ ਖੁਸ਼ੀ ਪ੍ਰਭੂ ਜੀ ਬਹੁਤਿਆਂ ਤੱਕ ਪਹੁੰਚੇ। ਮੇਰੇ ਪਿਆਰੇ ਪ੍ਰਭੂ, ਸਾਡੀ ਰਾਖੀ ਵੀ ਤੂੰ ਆ ਔਰ ਸਾਡਾ ਰਾਖਾ ਵੀ ਤੂੰ। ਮੇਰੇ ਪਿਆਰੇ ਪ੍ਰਭੂ, ਤੂੰ ਸਾਡੀ ਹਰ ਜ਼ਰੂਰਤ ਨੂੰ ਤੂੰ ਆਪ ਪੂਰਾ ਕਰਦਾ। ਜਿਸ ਤਰ੍ਹਾਂ ਅੱਜ ਅਸੀਂ ਤੇਰੇ ਵਚਨ ਦੇ ਵਿੱਚ ਦੇਖਿਆ ਕਿ ਪ੍ਰਭੂ ਹੀ ਸਭ ਕੁਛ ਆ, ਪ੍ਰਭੂ ਹੀ ਹਰੇਕ ਦੀ ਸੁਣਦਾ ਔਰ ਪੂਰੀ ਕਰਦਾ। ਪ੍ਰਭੂ ਜੀ ਇਸੇ ਤਰ੍ਹਾਂ ਤੋਂ ਸਾਡੀ ਜ਼ਿੰਦਗੀ ਦੇ ਵਿੱਚ ਵੀ ਹੋਣ ਦੇ, ਸਾਡੇ ਅੱਗੇ, ਸਾਡੇ ਪਿੱਛੇ, ਸੱਜੇ ਖੱਬੇ, ਔਰ ਸਾਡੇ ਪ੍ਰਭੂ ਜੀ ਪੈਰਾਂ ਦੇ ਥੱਲੇ ਛੋਟਾ ਰਸਤਾ, ਸਵਰਗ ਤੋਂ ਪਿਆਰੀ ਤੇ ਤੇਰੀ ਨਿਗਾਹਬਾਨੀ, ਔਰ ਸਾਡੇ ਚਾਰੇ ਪਾਸੇ ਤੇਰੀ ਰਾਖੀ, ਤੇਰਾ ਰਹਿਮ, ਔਰ ਅੰਦਰ ਪਵਿੱਤਰ ਆਤਮਾ ਔਰ ਬੇਟੇ ਦਾ ਸਾਥ ਸਾਡੇ ਸਭ ਦੇ ਨਾਲ ਬਣਿਆ। ਜਦ ਤੱਕ ਅਸੀਂ ਦੁਬਾਰਾ ਮਿਲੀਏ ਪ੍ਰਭੂ ਜੀ, ਤੂੰ ਸਾਨੂੰ ਆਪਣੀ ਹਜ਼ੂਰੀ ਦੇ ਨਾਲ ਸੰਭਾਲਦਾ ਰਹੇ। ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਮੰਗਦੇ ਹਾਂ ਸਾਰੇ ਭੈਣ ਭਰਾ ਕਹਿਣ ਆਮੀਨ। ਬਲੈਸ ਯੂ। ਖੁਦਾਵੰਦ ਤੁਹਾਨੂੰ ਬਰਕਤ ਦੇ। ਕੱਲ ਨੂੰ ਸੇਮ ਟਾਈਮ ਮਿਲਾਂਗੇ ਔਰ ਕੱਲ ਨੂੰ ਆਪਾਂ ਦਾਊਦ ਦੀ ਜ਼ਿੰਦਗੀ ਦੇ ਵਿੱਚ ਥੋੜੀਆਂ ਜਿਹੀਆਂ ਚੀਜ਼ਾਂ ਉਹ ਦੇਖਾਂਗੇ ਜਿਹੜੀਆਂ ਅਸੀਂ ਹਾਲੇ ਤੱਕ ਦੇਖੀਆਂ ਨਹੀਂ, ਛੱਡ ਗਏ ਸੀਗੇ, ਲੇਕਿਨ ਉਹਨਾਂ ਨੂੰ ਹੁਣ ਅਸੀਂ ਦੇਖਾਂਗੇ ਇਹਨਾਂ ਆਖਰੀ ਦਿਨਾਂ ਦੇ ਵਿੱਚ। ਬਲੈਸ ਯੂ।